पंजाब भारत पूरे विश्व की शांति ते खुशहाली लई मिल के इबादत ते प्रार्थना करिए। दे दास ते सारी आदरयोग संगत नूं जय मसीह दी। परमेश्वर आप सारिਆਂ ਨੂੰ बरकत देवे और वड्डी किरपा करे। ये पल तुसां सारिਆਂ ਦੇ ਲਈ वड्डी किरपा ਦੇ ਨਾਲ भरपूर होण। सो सर्वशक्तिमान परमेश्वर ਦਾ ਅਸੀਂ सारी भलाई ਲਈ ਧੰਨਵਾਦ ਕਰਦੇ ਹਾਂ, जो महान परमेश्वर ने ਸਾਨੂੰ ਸਾਰਿਆਂ ਨੂੰ ਜਿਉਂਦਿਆਂ ਦੀ ਧਰਤੀ ਦੇ ਉੱਤੇ ਰੱਖਿਆ ਆ ਤੇ ਗੁਜ਼ਰੇ ਸਮੇਂ ਸਾਨੂੰ ਸੰਭਾਲਿਆ ਤੇ ਸਾਡੀਆਂ ਸਾਰੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਆ। ਸਾਰੇ ਦੇ ਲਈ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹ ਆਦਰ ਤੇ ਮਹਿਮਾ ਦੇ ਯੋਗ ਪਰਮੇਸ਼ਰ ਹੈ, ਜਿਹੜਾ ਸਮੇਂ-ਸਮੇਂ ਤੇ ਆਪਣੀ ਵਫਾਦਾਰੀ ਨੂੰ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕਰਦਾ ਆ। ਇਹ ਉਹਦੀ ਵਫਾਦਾਰੀ ਹੈ ਕਿ ਉਹਨੇ ਸਾਨੂੰ ਜਿਉਂਦੇ ਰੱਖਿਆ ਆ ਤੇ ਸਾਡੀਆਂ ਸਾਰੀਆਂ ਲੋੜਾਂ ਤੇ ਜ਼ਰੂਰਤਾਂ ਨੂੰ ਪਰਮੇਸ਼ਰ ਨੇ ਵੱਡੇ ਫਜ਼ਲ ਦੇ ਨਾਲ ਪੂਰਾ ਕੀਤਾ ਆ। ਸੋ ਸਾਰੇ ਲਈ ਖੁਦਾ ਦਾ ਧੰਨਵਾਦ ਕਰਦੇ ਹਾਂ ਤੇ ਚੰਦ ਮਿੰਟ ਅਸੀਂ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਦਿਆਂਗੇ, ਜਿਸ ਵਚਨ ਦੇ ਵਿੱਚ ਜੀਵਨ ਤੇ ਜੀਵਨ ਦੇ ਨਾਲ ਜੁੜੀਆਂ ਸਾਰੀਆਂ ਹੀ ਆਸ਼ੀਸ਼ਾਂ ਆ। ਅਸੀਂ ਸਾਰੇ ਚਾਹੁੰਦੇ ਹਾਂ ਕਿ ਖੁਦਾ ਦੀ ਜਿਹੜੀ ਦਇਆ ਆ ਉਹ ਸਾਡੇ ਉੱਤੇ ਲੰਬੇ ਸਮੇਂ ਲਈ ਬਣੀ ਰਵੇ, ਚਾਹੇ ਉਹ ਆਤਮਿਕ ਆਨੰਦ ਦੀ ਗੱਲ ਹੈ, ਚਾਹੇ ਆਤਮਿਕ ਖੁਸ਼ੀ ਦੀ ਗੱਲ ਹੈ ਤੇ ਚਾਹੇ ਇਸ ਸੰਸਾਰ ਦੀਆਂ ਆਸ਼ੀਸ਼ਾਂ ਦੀ ਗੱਲ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਲੰਬੇ ਸਮੇਂ ਦੇ ਲਈ ਸਾਡੇ ਜੀਵਨ ਦੇ ਵਿੱਚ ਬਣੀਆਂ ਰਹਿਣ। ਇਸ ਲਈ ਜੇ ਅਸੀਂ ਇਹ ਚਾਹੁੰਦੇ ਹਾਂ ਤੇ ਖੁਦਾ ਦਾ ਪਵਿੱਤਰ ਵਚਨ ਜਿਹੜਾ ਸਾਨੂੰ ਸਿਖਾਉਂਦਾ ਆ ਕਿ ਖੁਦਾ ਦੀ ਜਿਹੜੀ ਆਸ਼ੀਸ਼ ਹੈ ਉਹ ਕਿਸ ਤਰ੍ਹਾਂ ਸਾਡੇ ਉੱਤੇ ਬਣੀ ਰਹਿ ਸਕਦੀ ਹੈ, ਜੇਕਰ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਹਾਂ ਤੇ ਖੁਦਾ ਦੀ ਦਇਆ ਜਿਹੜੀ ਆ ਉਹ ਸਾਡੇ ਉੱਤੇ ਥੋੜ੍ਹੇ ਦਿਨਾਂ ਲਈ ਜਾਂ ਥੋੜ੍ਹੇ ਸਾਲਾਂ ਲਈ ਨਹੀਂ ਹੋਵੇਗੀ, ਬਲਕਿ ਉਹ ਲੰਬੇ ਸਮੇਂ ਦੇ ਲਈ ਖੁਦਾ ਦਾ ਫਜ਼ਲ ਜਿਹੜਾ ਉਹ ਸਾਡੇ ਉੱਤੇ ਬਣਿਆ ਰਹਿੰਦਾ ਹੈ। ਇਸ ਲਈ ਪਰਮੇਸ਼ਰ ਦਾ ਜਨ ਜ਼ਬੂਰਾਂ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਆ, ਇੱਕ ਕੁਐਸਚਨ ਦੇ ਰੂਪ ਦੇ ਵਿੱਚ, ਜਿਹੜਾ ਇਨਸਾਨ ਚਾਹੁੰਦਾ ਆ ਉਹਦੇ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ਰ ਦੇ ਹੱਥ ਦੇਵੇ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਪੜ੍ਹੀਏ ਔਰ ਧਿਆਨ ਨਾਲ ਸੁਣੀਏ 34 ਜ਼ਬੂਰ ਉਹਦੀ 12 ਐਤ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ। ਬਹੁਤ ਦਿਨ, ਲੰਬੇ ਸਮੇਂ ਦੇ ਲਈ ਉਹ ਕਿਹੜਾ ਮਨੁੱਖ ਹੈ? ਹਰ ਇੱਕ ਚਾਹੁੰਦਾ ਆ ਕਿ ਮੇਰੇ ਉੱਤੇ ਖੁਦਾ ਦਾ ਫਜ਼ਲ ਲੰਬੇ ਸਮੇਂ ਦੇ ਲਈ ਬਣਿਆ ਰਵੇ। ਉਹ ਕਿਹੜਾ ਮਨੁੱਖ ਜਿਹੜਾ ਜੀਵਨ ਨੂੰ ਲੋਚਦਾ ਆ? ਜ਼ਿੰਦਗੀ ਹੈ ਕਿੱਥੇ? ਅੱਜ ਇਨਸਾਨ ਜੀਵਨ ਜਿਹੜਾ ਉਹ ਸੰਸਾਰ ਦੀਆਂ ਵਸਤਾਂ ਦੇ ਵਿੱਚ ਲੱਭਦਾ ਆ। ਇਸੇ ਲਈ ਸੰਸਾਰ ਨੂੰ ਉਹ ਜ਼ਿੰਦਗੀ ਦਾ ਜ਼ਿਆਦਾ ਸਮਾਂ ਦਿੰਦਾ ਆ। ਜਦੋਂ ਪਰਮੇਸ਼ਰ ਦੀ ਗੱਲ ਆਉਂਦੀ, ਜਿੱਦਾਂ ਪਹਿਲਾਂ ਤੁਸੀਂ ਸੁਣ ਰਹੇ ਸੀ, ਜਦੋਂ ਸਬਤ ਦੇ ਦਿਨ ਦੀ ਗੱਲ ਆਉਂਦੀ ਆ, ਰੱਬ ਦੀ ਹਜ਼ੂਰੀ ਦੀ ਗੱਲ ਆਉਂਦੀ ਹੈ ਤੇ ਰੱਬ ਦੀ ਹਜ਼ੂਰੀ ਲਈ, ਪਰਮੇਸ਼ਰ ਦੇ ਲਈ ਸਾਡੇ ਕੋਲ ਸਮਾਂ ਹੀ ਹੈ ਨਹੀਂ ਗਾ। ਜਿਹਨੇ ਜ਼ਿੰਦਗੀ ਦਿੱਤੀ ਉਹਦੇ ਲਈ ਸਮਾਂ ਹੀ ਨਹੀਂ ਗਾ, ਤਾਂ ਜੇ ਸਮਾਂ ਹੀ ਹੈ ਨਹੀਂ ਤਾਂ ਸਾਡੇ ਕੋਲ ਜੀਵਨ ਵੀ ਕਿੱਥੋਂ ਆਵੇਗਾ? ਸਾਡੇ ਕੋਲ ਜੀਵਨ ਦਾ ਆਨੰਦ ਵੀ ਕਿੱਥੋਂ ਆਵੇਗਾ? ਪੰਜਾਬੀ 'ਚ ਆਮ ਹੀ ਇਹ ਗੱਲ ਕਹਿੰਦੇ ਆ ਵੀ ਜਿੰਨਾ ਕੁ ਗੁੜ ਪਾਉਣਾ ਅਤੇ ਗੁੜ ਤਾਂ ਪਾਉਂਦੇ ਹੀ ਨਹੀਂ, ਫਿਰ ਮਿੱਠਾ ਕਿੱਥੋਂ ਹੋਣਾ? ਇਹ ਆਮ ਹੀ ਗੱਲ ਹੈਗੀ, ਸਧਾਰਨ ਜਿਹੀ ਗੱਲ ਆ। ਜੇ ਕੋਈ ਕਹੇ ਜੀ ਮੈਂ ਪੜ੍ਹਿਆ ਲਿਖਿਆ ਨਹੀਂ, ਮੈਨੂੰ ਨਹੀਂ ਇਹ ਪਤਾ ਲੱਗਦਾ, ਇਹ ਜਿਹੜੀਆਂ ਗੱਲਾਂ ਬੋਲੀਆਂ ਗਈਆਂ ਕਿਸੇ ਤੋਲ ਨਾਪ ਕੇ ਬੋਲੀਆਂ ਗਈਆਂ, ਅਰਕ ਕੱਢ ਕੇ ਬੋਲੀਆਂ ਗਈਆਂ ਆ। ਭਾਵੇਂ ਇਹ ਸਧਾਰਨ ਗੱਲਾਂ ਨੇ, ਜਿੰਨਾ ਕੁ ਬੰਦੇ ਨੇ ਗੁੜ ਪਾਉਣਾ ਉਨਾ ਹੀ ਮਿੱਠਾ ਹੋਣਾ, ਜਿੰਨਾ ਕੁ ਤੁਸੀਂ ਸਿਰਜਣਹਾਰੇ ਨੂੰ ਸਮਾਂ ਦਿਓਗੇ, ਜਿੰਨਾ ਕੁ ਉਹਦੀ ਹਜ਼ੂਰੀ 'ਚ ਬੈਠੋਗੇ, ਉਨੀ ਕੁ ਕਿਰਪਾ ਹੋਵੇਗੀ। ਇਸ ਲਈ ਇੱਥੇ ਕਿਰਪਾ ਵਿੱਚ ਬਣੇ ਰਹਿਣ ਲਈ, ਜੀਵਨ ਨੂੰ ਪ੍ਰਾਪਤ ਕਰਨ ਦੇ ਲਈ, ਲੰਬੇ ਸਮੇਂ ਦੇ ਲਈ ਖੁਦਾ ਦਾ ਫਜ਼ਲ ਬਣਿਆ ਰਵੇ। ਤੇ ਇੱਥੇ ਖੁਦਾ ਦਾ ਜਨ ਦਾਊਦ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਕੁਛ
ਅਰਕ ਜਿਹੜੇ ਆ ਉਹ ਜ਼ਬੂਰਾਂ ਦੇ ਵਿੱਚ ਪੇਸ਼ ਕਰਦਾ ਆ। ਜ਼ਿੰਦਗੀ ਦੇ ਤਜਰਬਿਆਂ ਨੂੰ ਪੇਸ਼ ਕੀਤਾ ਆ ਉਹਨੇ। ਇਸ ਲਈ ਲਿਖਿਆ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਆ, ਜ਼ਿੰਦਗੀ ਹਮੇਸ਼ਾ ਦੀ ਜ਼ਿੰਦਗੀ, ਉਹ ਜ਼ਿੰਦਗੀ ਜਿਹੜੀ ਅਨੰਤ ਕਾਲ ਤੱਕ ਰਹਿਣ ਵਾਲੀ ਹੈ। ਪ੍ਰਭੂ ਯਿਸੂ ਮਸੀਹ ਹਮੇਸ਼ਾ ਦੀ ਜ਼ਿੰਦਗੀ ਲੈ ਕੇ ਆਇਆ, ਪੂਰਨ ਆਨੰਦ ਲੈ ਕੇ ਆਇਆ, ਵੱਡੀ ਖੁਸ਼ੀ ਲੈ ਕੇ ਆਇਆ। ਉਹ ਖੁਸ਼ੀ ਜਿਹਨੇ ਕਦੀ ਖਤਮ ਨਹੀਂ ਹੋਣਾ, ਉਹ ਆਨੰਦ ਜਿਹਨੇ ਕਦੀ ਖਤਮ ਨਹੀਂ ਹੋਣਾ, ਉਹ ਜੀਵਨ ਲੈ ਕੇ ਆਇਆ ਜਿਸ ਜੀਵਨ ਦਾ ਕਦੀ ਵੀ ਅੰਤ ਨਹੀਂ। ਯਸ਼ਾਇਆ ਨਬੀ ਉਸ ਜੀਵਨ ਦੇ ਬਾਰੇ ਬਿਆਨ ਕਰਦਾ ਆ। ਲਿਖਿਆ ਅਨੰਤ ਆਨੰਦ ਉਹਨਾਂ ਦੇ ਸਿਰਾਂ ਤੇ ਹੋਵੇਗਾ। ਯਸ਼ਾਇਆ 35 ਉਹਦੀ 10 ਪੜ੍ਹੀਏ, ਧਿਆਨ ਨਾਲ ਸੁਣੀਏ। ਇੱਕ ਬਦਲਾਅ ਵੱਲ ਯਸ਼ਾਇਆ ਨਬੀ ਘੋਸ਼ਣਾ ਕਰਦਾ ਆ। ਖੁਦਾ ਦੀ ਰਹਿਮਤ, ਖੁਦਾ ਦੀ ਦਇਆ ਦਾ ਜ਼ਿਕਰ ਕਰਦਾ ਆ। ਔਰ ਕਿੰਨੇ ਸਮੇਂ ਲਈ ਬਦਲਾਓ, ਕਿੰਨੇ ਸਮੇਂ ਲਈ ਰਹਿਮਤ ਹੋਵੇਗੀ। ਯਹੋਵਾ ਦੇ ਮੁੱਲ ਲਏ ਹੋਏ ਮੁੜ ਆਉਣਗੇ। ਹਾਂ, ਜਿਹੜੇ ਸਿਰਜਣਹਾਰੇ ਦੀ ਵੱਲ ਮੁੜਦੇ ਨੇ, ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦਿੰਦੇ ਨੇ, ਜਿਹੜੇ ਇਸ ਗੱਲ ਨੂੰ ਮੰਨ ਲੈਂਦੇ ਨੇ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਜੀਵਨ ਦੀ ਕੁਰਬਾਨੀ ਮੇਰੇ ਗੁਨਾਹਾਂ ਦੀ ਖਾਤਰ ਦਿੱਤੀ ਹੈ। ਉਹ ਮੇਰੇ ਲਈ ਮਨੁੱਖ ਬਣਿਆ, ਉਹ ਮੇਰੇ ਗੁਨਾਹਾਂ ਦੀ ਖਾਤਰ ਅਪਰਾਧੀ ਠਹਿਰਾਇਆ ਗਿਆ, ਦੋਸ਼ੀ ਠਹਿਰਾਇਆ ਗਿਆ। ਜਿਹੜੇ ਇਸ ਗੱਲ ਨੂੰ ਮੰਨ ਲੈਂਦੇ ਨੇ, ਜਿਹੜੇ ਸਿਰਜਣਹਾਰੇ ਦੀ ਵੱਲ ਮੁੜਦੇ ਨੇ, ਉਹਨਾਂ ਦੀ ਬਾਬਤ ਯਸ਼ਾਇਆ ਘੋਸ਼ਣਾ ਕਰਦਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ, ਯਹੋਵਾ ਦੇ ਮੁੱਲ ਲਏ ਹੋਏ ਮੁੜ ਆਉਣਗੇ। ਯਹੋਵਾ ਦੇ ਮੁੱਲ ਲਏ ਹੋਏ ਮੁੜ ਆਉਣਗੇ। ਉਹ ਜਕਾਰਿਆਂ ਨਾਲ ਸਿਯੋਨ ਨੂੰ ਆਉਣਗੇ। ਉਹ ਖੁਸ਼ੀ ਦੇ ਨਾਲ, ਫਤਿਹ ਨਾਲ ਪਰਮੇਸ਼ਰ ਦੇ ਘਰ ਵੱਲ ਨੂੰ ਆਉਣਗੇ, ਜਿੱਥੋਂ ਆਦਮ ਸਦਾ ਲਈ ਕੱਢਿਆ ਗਿਆ, ਜੀਵਨ ਤੋਂ ਵੱਖਰਾ ਹੋ ਗਿਆ। ਉਹ ਵਾਪਸ ਆਉਣਗੇ। ਹਾਂ, ਅਤੇ ਅਨੰਤ ਆਨੰਦ ਉਹਨਾਂ ਦੇ ਸਿਰਾਂ ਤੇ ਹੋਵੇਗਾ। ਕਿਹੜਾ ਆਨੰਦ? ਅਨੰਤ, ਜਿਹਦਾ ਕਦੀ ਅੰਤ ਨਹੀਂ ਹੁੰਦਾ। ਦੁਨੀਆ ਦੇ ਵਿੱਚ, ਸੰਸਾਰ 'ਚ ਹਰ ਇੱਕ ਚੀਜ਼ ਦਾ ਅੰਤ ਹੈ। ਚਾਹੇ ਕੋਈ ਖਾਣ ਵਾਲੀ, ਚਾਹੇ ਕੋਈ ਪਹਿਨਣ ਵਾਲੀ ਹੈ, ਚਾਹੇ ਕਿਸੇ ਵੀ ਰੂਪ 'ਚ ਵਰਤਣ ਵਾਲੀ ਹੈ। ਇਹ ਸੰਸਾਰਿਕ ਆਨੰਦ, ਸਰੀਰ ਦਾ ਆਨੰਦ, ਸੰਸਾਰਿਕ ਆਨੰਦ ਦਾ ਅੰਤ ਆ। ਦਾਊਦ ਉਸ ਜੀਵਨ ਦੀ ਗੱਲ ਕਰਦਾ ਜਿਹੜਾ ਅਬਦੀ ਜੀਵਨ ਹੈ, ਜਿਹੜਾ ਸਦਾ ਹੀ ਰਹਿਣ ਵਾਲਾ ਆ। ਦੂਤਾਂ ਨੇ ਉਸ ਵੱਡੀ ਖੁਸ਼ੀ ਦੀ ਗੱਲ ਕੀਤੀ ਆ ਜਿਹਨੇ ਖਤਮ ਨਹੀਂ ਹੋਣਾ। ਅਜਾਲੀਆਂ ਕੋ ਜਿਹੜਾ ਪੈਗਾਮ ਆਇਆ, ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਣਾ ਆ ਜਿਹੜੀ ਸਾਰੀ ਪ੍ਰਜਾ ਲਈ ਹੋਵੇਗੀ। ਇਸ ਲਈ ਦਾਊਦ ਜਿਸ ਜੀਵਨ ਦੀ ਗੱਲ ਕਰਦਾ, ਉਹ ਇਸ ਜੀਵਨ ਦੀ ਗੱਲ ਨਹੀਂ ਕਰਦਾ ਜਿਹੜਾ 100 ਸਾਲ ਦਾ, 125 ਸਾਲ ਦਾ ਆ। ਜਿਸ ਜੀਵਨ 'ਚ ਪੀੜਾ ਆ, ਕਸ਼ਟ ਵਾ, ਨਿਰਾਸ਼ਾ ਆ, ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ, ਅਸਲੀ ਜ਼ਿੰਦਗੀ ਨੂੰ, ਤੇ ਬਹੁਤ ਦਿਨ ਚਾਹੁੰਦਾ ਕਿ ਮੇਰੇ ਤੇ ਭਲਾਈ ਬਣੀ ਰਵੇ। ਉਸ ਮਨੁੱਖ ਨੂੰ ਪਰਮੇਸ਼ਰ ਦਾ ਜਨ ਦਾਊਦ ਹਦਾਇਤ ਕਰਦਾ ਆ, ਕਲਾਮ ਦੇ ਜ਼ਰੀਏ ਅਲਰਟ ਕਰਦਾ, ਹੁਸ਼ਿਆਰ ਕਰਦਾ ਆ। ਇਸੇ ਲਈ ਉਸ ਜੀਵਨ ਦੇ ਬਾਰੇ 'ਚ, ਉਸ ਆਨੰਦ ਦੇ ਬਾਰੇ 'ਚ ਯਸ਼ਾਇਆ ਨਬੀ ਬਿਆਨ ਕਰਦਾ ਆ। ਅਨੰਤ ਆਨੰਦ, ਜਿਸ ਆਨੰਦ ਨੇ ਕਦੀ ਖਤਮ ਨਹੀਂ ਹੋਣਾ। ਉਹਦੇ ਲਈ ਸਾਡੀ ਮਿਹਨਤ ਹੀ ਹੈ ਨਹੀਂ ਗੀ, ਉਸ ਜੀਵਨ ਦੇ ਲਈ ਸਾਡੇ ਕੋਲ ਸਮਾਂ ਹੀ ਹੈ ਨਹੀਂ ਗਾ। ਪਹਿਲੀ ਗੱਲ, ਆਉਣੇ ਹੀ ਲੇਟ ਆ। ਦੂਸਰੀ ਗੱਲ, ਜੇ ਆ ਵੀ ਜਾਂਦੇ ਆ ਤਾਂ ਫਿਰ ਸੱਜੇ ਖੱਬੇ ਧਿਆਨ ਹੁੰਦਾ, ਮਨ ਫੇਰ ਨਹੀਂ ਲੱਗਦਾ। ਤੇ ਆਸ਼ੀਸ਼ ਕਿੱਦੇ ਆਵੇਗੀ, ਬਰਕਤ ਕਿਵੇਂ ਆਵੇਗੀ? ਚਾਹੀਦਾ ਸਾਡੇ ਲਈ ਕਿ ਅਸੀਂ ਭੁੱਖ ਪਿਆਸ ਤੜਫ ਰੱਖ ਕੇ ਆਈਏ, ਸਮੇਂ ਤੋਂ ਪਹਿਲਾਂ ਬੈਠੀਏ ਰੱਬ ਦੀ ਹਜ਼ੂਰੀ 'ਚ। ਜਦੋਂ ਸਮੇਂ ਤੋਂ ਪਹਿਲਾਂ ਰੱਬ ਦੀ ਹਜ਼ੂਰੀ 'ਚ ਬੈਠਾਂਗੇ
ਤਾਂ ਜਿਹੜਾ ਬੈਠੂਗਾ ਸਭ ਤੋਂ ਜ਼ਿਆਦਾ ਕਿਰਪਾ ਉਹ ਪ੍ਰਾਪਤ ਕਰੇਗਾ। ਇਸ ਲਈ ਖੁਦਾ ਦਾ ਪਵਿੱਤਰ ਵਚਨ ਸਿਖਾਉਂਦਾ ਇਹੀ ਜਨ। ਉਸ ਤੋਂ ਪਹਿਲਾਂ ਅਸੀਂ ਉਸ ਵਚਨ ਵੱਲ ਜਾਈਏ, ਇਸ ਐਤ ਨੂੰ ਪੂਰਾ ਕਰੀਏ। ਅਨੰਤ ਆਨੰਦ ਉਹਨਾਂ ਦੇ ਸਿਰਾਂ ਤੇ ਹੋਵੇਗਾ। ਹਾਂਜੀ, ਉਹ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨਗੇ। ਕੀ ਪ੍ਰਾਪਤ ਕਰਨਗੇ? ਖੁਸ਼ੀ ਤੇ ਥੋੜੇ ਚਿਰ ਵਾਲਾ ਨਹੀਂ, ਕੁਛ ਦਿਨਾਂ ਵਾਲਾ ਨਹੀਂ, ਕੁਛ ਦਿਨਾਂ ਦਾ ਨਹੀਂ, ਥੋੜੇ ਸਮੇਂ ਦਾ ਨਹੀਂ। ਉਹ ਖੁਸ਼ੀ ਪ੍ਰਾਪਤ ਕਰਨਗੇ ਜਿਹੜੀ ਉਹਨਾਂ ਜ਼ਿੰਦਗੀਆਂ ਚੋਂ ਕਦੀ ਖਤਮ ਹੀ ਨਹੀਂ ਹੋਵੇਗੀ। ਚਾਹੇ ਦੁਨੀਆ ਦਾ ਉਹਨਾਂ ਦੇ ਕੋਲ ਕੁਛ ਹੋਵੇ ਤਾਂ ਚਾਹੇ। ਹਬਕੂਕ ਨਬੀ ਬਿਆਨ ਕਰਦਾ ਆ, ਚਾਹੇ ਕਹਿੰਦਾ ਖੇਤ ਅੰਨ ਨਾ ਦੇਣ, ਬਾਗ ਕੁਰਾਂ ਚੋਂ ਤਬੇਲੇ ਚੋਂ ਕੱਟੇ ਜਾਣ, ਤਾਂ ਵੀ ਮੈਂ ਯਹੋਵਾ ਪਰਮੇਸ਼ਰ ਵਿੱਚ ਬਾਗ ਬਾਗ ਹੋਵਾਂਗਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਹਬਕੂਕ ਨਬੀ ਉਸ ਆਨੰਦ ਦੀ ਗੱਲ ਕਰਦਾ, ਉਸ ਖੁਸ਼ੀ ਦੀ ਗੱਲ ਕਰਦਾ ਜਿਹੜੀ ਸੰਸਾਰ ਦੀਆਂ ਚੀਜ਼ਾਂ ਤੋਂ ਉੱਪਰ ਹੈ, ਜਿਹੜੇ ਧਨ ਦੌਲਤ ਤੋਂ, ਅਨਾਜ ਤੋਂ, ਸੰਸਾਰ ਦੀ ਹਰ ਇੱਕ ਚੀਜ਼ ਤੋਂ ਉੱਪਰ ਹੈ। ਜਿਹੜੀ ਸੰਸਾਰਿਕ ਖੁਸ਼ੀ ਆ, ਚੰਗਾ ਕਾਰੋਬਾਰ ਹੋ ਗਿਆ ਤੇ ਖੁਸ਼ੀ, ਤੇ ਜੇ ਥੋੜਾ ਘੱਟ ਹੋਇਆ ਤਾਂ ਫਿਰ ਨਿਰਾਸ਼ਾ। ਪਰ ਜਿਹੜੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਦੇ ਨੇ, ਉਹਨਾਂ ਜ਼ਿੰਦਗੀਆਂ ਦੀ ਇਹ ਕੁਆਲਿਟੀ ਬਣ ਜਾਂਦੀ ਆ ਕਿ ਆਏ ਦੀ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ ਤਾਂ ਗਏ ਦਾ ਉਹਨਾਂ ਨੂੰ ਗਮ ਵੀ ਨਹੀਂ ਹੁੰਦਾ। ਜਿਹੜੇ ਅਸਲ ਆਨੰਦ ਨੂੰ ਪ੍ਰਾਪਤ ਕਰਦੇ ਨੇ, ਜਿਹੜੇ ਇਸ ਜੀਵਨ ਦਾ ਭੇਤ ਪ੍ਰਾਪਤ ਕਰ ਲੈਂਦੇ ਨੇ, ਆਏ ਦੀ ਖੁਸ਼ੀ ਨਹੀਂ ਤਾਂ ਗਏ ਦਾ, ਤੇ ਜੇ ਆਏ ਦੀ ਖੁਸ਼ੀ ਮਨਾਓਗੇ ਨਾ ਤਾਂ ਗਏ ਦਾ ਗਮ ਉਸ ਤੋਂ 10 ਗੁਣਾ ਜ਼ਿਆਦਾ ਕਰੋਗੇ। ਏਦਾਂ ਹੀ ਹੋਣੀ ਹੈ। ਪਰ ਜਿਹੜੇ ਜੀਵਨ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦੇ ਭੇਤ ਨੂੰ ਸਮਝ ਲੈਂਦੇ ਨੇ, ਉਹ ਇਸ ਤਜਰਬੇ ਵਿੱਚ ਦੀ ਗੁਜ਼ਰਦੇ ਨੇ। ਐਸੇ ਲਈ ਪਰਮੇਸ਼ਰ ਦਾ ਜਨ ਯਸ਼ਾਇਆ ਨਬੀ ਬਿਆਨ ਕਰਦਾ, ਅਨੰਤ ਆਨੰਦ ਉਹਨਾਂ ਦੇ ਸਿਰਾਂ ਤੇ ਹੋਵੇਗਾ। ਉਹ ਖੁਸ਼ੀ ਤੇ ਆਨੰਦ ਪ੍ਰਾਪਤ ਕਰਨਗੇ, ਸੰਸਾਰਿਕ ਨਹੀਂ, ਥੋੜੇ ਦਿਨਾਂ ਦਾ ਨਹੀਂ। ਉਹ ਆਨੰਦ, ਉਹ ਖੁਸ਼ੀ ਜਿਹਨੇ ਕਦੇ ਖਤਮ ਨਹੀਂ ਹੋਣਾ, ਜਿਹੜੇ ਜੀਵਨ ਦੇ ਭੇਤ ਨੂੰ ਪ੍ਰਾਪਤ ਕਰਦੇ ਨੇ। ਪੂਰੀ ਯਾਦ ਕਰੀਏ। ਉਹ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਨਗੇ। ਹਾਂ, ਸੋਗ ਅਤੇ ਹੁੰਗਾ ਨੱਠ ਜਾਣਗੇ। ਸੋਗ ਤੇ ਹੁੰਗਾ ਕੀ ਹੋ ਜਾਣਗੇ? ਲਾਗੇ ਹੀ ਨਹੀਂ ਆਉਣਗੇ। ਤਾਲੀ ਮਾਰੀਏ ਜ਼ੋਰ ਦੇ ਨਾਲ। ਜਿਹੜੇ ਜੀਵਨ ਨੂੰ ਹੱਥ ਪਾਉਂਦੇ ਨੇ, ਜਿਹੜੇ ਜੀਵਨ ਨੂੰ ਸਮਝ ਲੈਂਦੇ ਨੇ, ਜਿਸ ਜੀਵਨ ਦੇ ਬਾਰੇ ਦਾਊਦ ਬਿਆਨ ਕਰਦਾ ਆ, ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਆ ਤੇ ਉਹ ਦਿਨ ਚਾਹੁੰਦਾ ਕਿ ਮੈਂ ਭਲਾਈ ਵੇਖਾਂ। ਉਹਦੇ ਲਈ ਅਤੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਖੁਦਾ ਦੇ ਵਚਨ ਦੇ ਪ੍ਰਤੀ ਵਫਾਦਾਰ ਹੋਵੇ। ਪਰਮੇਸ਼ਰ ਦਾ ਜਨ ਦਾਊਦ ਇਸ ਗੱਲ ਨੂੰ ਆਪਣੇ ਤਜਰਬੇ 'ਚ ਬਿਆਨ ਕਰਦਾ ਹੈ। ਪੜ੍ਹੀਏ ਔਰ ਧਿਆਨ ਨਾਲ ਸੁਣੀਏ। 5 ਜ਼ਬੂਰ ਉਹਦੀ 3 ਐਤ। ਹੇ ਯਹੋਵਾ, ਤੂੰ ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਣੇਗਾ। ਲਓ ਜੀ, ਧਿਆਨ ਦੇ ਨਾਲ ਸੁਣੀਏ। ਜਿਹੜੇ ਆਪਣਾ ਸਮਾਂ ਉਹਨੂੰ ਦਿੰਦੇ ਨੇ, ਉਹ ਜੀਵਨ ਦਾ ਭੇਤ ਪ੍ਰਾਪਤ ਕਰਦੇ ਆ। ਇਸ ਜਨ ਦੀ ਕੁਆਲਿਟੀ ਹੈ। ਅਰਕ ਕੱਢ ਕੇ ਸਾਡੇ ਅੱਗੇ ਇਹਨਾਂ ਗੱਲਾਂ ਨੂੰ ਰੱਖਿਆ ਉਹਨੇ ਆਪਣੇ ਤਜਰਬੇ ਦੇ ਵਿੱਚ। ਖੁਦਾ ਦੇ ਅੱਗੇ ਕਿੱਦਾਂ ਬੈਠਦਾ ਸੀ, ਕਿੱਦਾਂ ਆਪਣਾ ਸਮਾਂ ਪਰਮੇਸ਼ਰ ਦੀ ਹਜ਼ੂਰੀ 'ਚ ਬਤੀਤ ਕਰਦਾ ਸੀ।
ਪੜ੍ਹੀਏ ਔਰ ਧਿਆਨ ਨਾਲ ਸੁਣੀਏ। ਹਾਂਜੀ। हे यहोवा तू ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਣੇਗਾ। ਹਾਂ, ਕਿਹੜੇ ਵੇਲੇ ਮੇਰੀ ਆਵਾਜ਼ ਸੁਣੇਗਾ? ਦਿਨ ਦੀ ਸ਼ੁਰੂਆਤ ਜਦੋਂ ਹੁੰਦੀ ਹੈ, ਪਹਿਲਾ ਪੈਰ। ਅੱਗੇ, ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਉਡੀਕ ਕਰਾਂਗਾ। ਉਡੀਕ ਕਰਦੇ ਸੀਗੇ ਰੱਬ ਦੇ ਬੰਦੇ, ਖੁਦਾ ਦੀ ਕਿਰਪਾ ਦੀ। ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਕੀ ਕਰਾਂਗਾ? ਤੇ satsang ਦਾ ਟਾਈਮ 10 ਵਜੇ ਆ, ਸਾਡੇ ਕੋਲ 10 ਵਜੇ ਨਹੀਂ ਆ ਹੁੰਦਾ। 10 ਵਜੇ ਤੋਂ 1 ਵਜੇ ਤੱਕ, 12:30 ਵਜੇ, ਪੌਣੇ 1 ਵਜੇ ਤਾਈਂ ਲੈਣਾ। ਅਸੀਂ ਬਹੁਤ ਕੁਝ ਚਾਹੁੰਦੇ ਆ। ਮੈਂ ਫਿਰ ਉਹੀ ਗੱਲ ਬੋਲਦਾ ਵੀ ਜਿੰਨਾ ਕੁ ਗੁੜ ਪਾਉਣਾ ਉਨਾ ਹੀ ਮਿੱਠਾ ਹੋਣਾ। ਨਹੀਂ ਤਾਂ ਇੱਕ ਗੱਲ ਸਾਡੇ ਤੇ ਪੱਕੀ ਲਾਗੂ ਹੋ ਜਾਣੀ ਹੈ। ਆਵਾਗਾਉਣ ਸਮਝਦੇ? ਆਵਾਗਾਉਣ ਕੀ ਹੁੰਦਾ? ਆ ਗਏ ਚਲੇ ਗਏ, ਆ ਗਏ ਚਲੇ ਗਏ ਦੇ ਚੱਕਰ 'ਚ ਰਵਾਂਗੇ। ਮਿਲਣਾ ਮਿਲਾਉਣਾ ਕੁਛ ਨਹੀਂ। ਜੇਕਰ ਅਸੀਂ ਉਹਨੂੰ ਸਮਾਂ ਹੀ ਨਹੀਂ ਦਿੰਦੇ, ਜੇਕਰ ਸਾਡੇ ਨਾਲ ਉਹਦਾ ਹਿੱਤ ਪਿਆਰ ਹੀ ਹੈ ਨਹੀਂਗਾ, ਜੇਕਰ ਸਾਡੇ ਅੰਦਰ ਭੁੱਖ ਪਿਆਸ ਹੀ ਹੈ ਨਹੀਂਗੀ, ਜੇਕਰ ਸਾਡੇ ਅੰਦਰ ਚਾਹਤ ਹੀ ਨਹੀਂ, ਪਾਉਂਦੇ ਕੌਣ ਨੇ, ਮਿਲਦਾ ਕਿਹਨਾਂ ਨੂੰ ਆ, ਤੇ ਵੰਡਦੇ ਕੌਣ ਨੇ? ਜਿਨ੍ਹਾਂ ਜ਼ਿੰਦਗੀਆਂ 'ਚ ਕੁਆਲਿਟੀ ਆ ਜਾਂਦੀ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਉਹ ਪਾਉਂਦੇ ਨੇ, ਉਹਨਾਂ ਨੂੰ ਮਿਲਦਾ ਆ, ਤੇ ਉਹ ਵੰਡਦੇ ਵੀ ਨੇ ਦੁਨੀਆ ਨੂੰ। ਜਿਨ੍ਹਾਂ 'ਚ ਇਹ ਕੁਆਲਿਟੀ ਆਉਂਦੀ ਹੈ, ਜਿਹੜੇ ਜੀਵਨ ਨੂੰ ਹੱਥ ਪਾਉਂਦੇ ਨੇ, ਜ਼ਿੰਦਗੀ ਦੇ ਭੇਤ ਨੂੰ ਸਮਝਦੇ ਨੇ। ਆ ਸੰਸਾਰ ਦੀਆਂ ਚੀਜ਼ਾਂ, ਆਸ਼ੀਸ਼ਾਂ, ਇਹ ਸਭ ਕੁਝ ਖੁਦਾ ਉਹਨਾਂ ਨੂੰ ਪਿੱਛੇ ਪੈ ਕੇ ਦਿੰਦਾ ਆ। ਮੈਂ ਕਈ ਵਾਰੀ ਅੱਗੇ ਦੱਸ ਚੁੱਕਾ, ਸੈਮੂਅਲ ਨਬੀ ਹੰਨਾ ਦਾ ਪੁੱਤਰ ਦਾਊਦ ਦੇ ਨਗਰ ਬੈਤਲਹਮ ਦੇ ਵਿੱਚ ਪਹੁੰਚਿਆ ਹੋਇਆ ਆ। ਦਾਊਦ ਦੇ ਨਗਰ ਦੇ ਵਿੱਚ, ਤੇ ਖੁਦਾ ਨੇ ਕਿਹਾ ਜੱਸੀ ਦੇ ਪੁੱਤਰਾਂ ਚੋਂ ਇੱਕ ਨੂੰ ਤੂੰ ਮੇਰੇ ਲਈ ਮਸਾ ਕਰ। ਜੱਸੀ ਨੇ 7 ਪੁੱਤਰ ਅੱਗੇ ਕਰ ਦਿੱਤੇ। ਖੁਦਾ ਨੇ ਕਿਹਾ, ਕਹਿੰਦਾ ਮੈਂ ਇਹਨਾਂ ਨੂੰ ਚੁਣਿਆ ਨਹੀਂ। ਸੈਮੂਅਲ ਨੇ ਜੱਸੀ ਨੂੰ ਪੁੱਛਿਆ, ਤੇਰਾ ਹੋਰ ਕੋਈ ਪੁੱਤਰ ਹੈ? ਉਹ ਕਹਿੰਦਾ ਜੀ ਹਾਂਜੀ ਹੈ। ਪਹਿਲਾ ਸੈਮੂਅਲ 16 ਅਧਿਆਏ ਘਰ ਜਾ ਕੇ ਪੜ੍ਹਿਓ। 11 ਚ ਲਿਖਿਆ, ਉਹ ਕਹਿੰਦਾ ਇੱਕ ਨਿੱਕਾ ਛੋਟਾ ਹੈ, ਛੋਟਾ ਹੈ, ਨਿੱਕਾ ਹੈ, ਪਰ ਉਹ ਭੇਡਾਂ ਚਾਰਨ ਵਾਸਤੇ ਗਿਆ ਹੋਇਆ ਹੈ। ਉਹ ਭੇਡਾਂ ਚਾਰਨ ਗਿਆ ਆ, ਤੇ ਬਰਕਤ ਮਸਾ ਕਰਨ ਵਾਲਾ ਘਰ ਆ ਕੇ ਨਬੀ ਬੈਠਾ ਆ। ਤਾਲੀ ਮਾਰੀਏ ਜ਼ੋਰ ਦੇ ਨਾਲ। ਉਹ ਜਸਮਾਨੀ ਬਾਪ ਦੇ ਪ੍ਰਤੀ ਵੀ ਵਫਾਦਾਰ, ਤੇ ਰੂਹਾਨੀ ਬਾਪ ਦੇ ਪ੍ਰਤੀ ਵੀ ਵਫਾਦਾਰ। ਜਿਹੜੇ ਸਮੇਂ ਨੂੰ ਸਮਝ ਲੈਂਦੇ ਨੇ ਉਹ ਵਫਾਦਾਰ ਬਣ ਜਾਂਦੇ ਨੇ, ਤੇ ਜਿਹੜੇ ਵਫਾਦਾਰ ਬਣਦੇ ਨੇ ਉਹ ਜੀਵਨ ਦੇ ਭੇਤ ਨੂੰ ਪ੍ਰਾਪਤ ਕਰਦੇ ਨੇ, ਉਹ ਆਸ਼ੀਸ਼ਾਂ ਨੂੰ ਪਾਉਂਦੇ ਨੇ, ਤੇ ਪਰਮੇਸ਼ਰ ਉਹਨਾਂ ਨੂੰ ਆਸ਼ੀਸ਼ਾਂ ਵੰਡਣ ਵਾਲੇ ਬਣਾ ਦਿੰਦਾ ਹੈ। ਮੰਗਣ ਵਾਲੇ ਨਹੀਂ, ਵੰਡਣ ਵਾਲੇ ਬਣਾਉਂਦਾ ਹੈ। ਇੱਕ ਮੰਗਣ ਵਾਲੇ ਨੇ ਤੇ ਇੱਕ ਵੰਡਣ ਵਾਲੇ ਨੇ। ਵੰਡਣ ਵਾਲੇ ਉਹ ਬਣਦੇ ਨੇ ਜਿਹੜੇ ਜੀਵਨ ਦੇ ਭੇਤ ਨੂੰ ਪ੍ਰਾਪਤ ਕਰਦੇ ਨੇ, ਤੇ ਆਪਣਾ ਸਮਾਂ ਸਿਰਜਣਹਾਰੇ ਦੀ ਹਜ਼ੂਰੀ 'ਚ ਬਤੀਤ ਕਰਦੇ ਨੇ। ਫਿਰ ਇਸ ਐਤ ਨੂੰ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। 3 ਐਤ, 5 ਜ਼ਬੂਰ, ਉਹਦੀ 3 ਐਤ। हे यहोवा तू ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਣੇਗਾ। ਇਹਦਾ ਮਤਲਬ ਅੰਮ੍ਰਿਤ ਵੇਲੇ ਤਿਆਰੀ ਕਰਕੇ ਬਹਿੰਦਾ ਸੀ। ਹੁਣ ਇੱਕ ਗੱਲ ਕਲੀਅਰ ਹੈ, ਧਿਆਨ ਨਾਲ ਸੁਣਿਓ। ਜਿਹੜੇ ਅੰਮ੍ਰਿਤ ਵੇਲੇ ਤਿਆਰੀ ਕਰਕੇ ਬਹਿੰਦੇ ਨੇ, ਸਵੇਰੇ ਉੱਠਦੇ ਨੇ, ਉਹ ਚਰਚ ਦੇ ਵਿੱਚ ਕਦੀ ਵੀ ਲੇਟ ਨਹੀਂ ਹੋਣਗੇ। ਇਹ ਗੱਲ ਅਟਲ ਹੈ। ਹੋਊਗੇ ਲੇਟ? ਤੁਸੀਂ ਦੱਸੋ।
ਜਿਹੜੇ ਅੰਮ੍ਰਿਤ ਵੇਲੇ ਪਹਿਲੇ ਪੈਰ 'ਚ ਉੱਠ ਕੇ ਆਪਣਾ ਸਮਾਂ ਖੁਦਾ ਦੀ ਹਜ਼ੂਰੀ 'ਚ ਬਤੀਤ ਕਰਦੇ ਨੇ, ਉਹਨਾਂ ਨੂੰ ਤਾਂ ਘਰ 'ਚ ਟਿਕਾ ਹੀ ਨਹੀਂ ਆਉਣਾ। ਉਹਨਾਂ ਨੂੰ ਘਰ ਟਿਕਾ ਨਹੀਂ ਆਉਣਾ ਜਦ ਤੱਕ ਉਹ ਆ ਕੇ ਖੁਦਾ ਦੀ ਹਜ਼ੂਰੀ 'ਚ ਨਹੀਂ ਬਹਿ ਜਾਂਦੇ। ਤੇ ਬਰਕਤਾਂ ਫਿਰ ਉਹ ਪਾਉਂਦੇ ਨੇ, ਤੇ ਸਿਰਜਣਹਾਰਾ ਵੀ ਪਹਿਲ ਦੇ ਆਧਾਰ ਤੇ ਫਿਰ ਉਹਨਾਂ ਨੂੰ ਆਪਣੀਆਂ ਆਸ਼ੀਸ਼ਾਂ ਦੇ ਨਾਲ ਭਰਦਾ ਹੈ। ਜੇ ਉਪਾਸਕਾਂ ਨੂੰ, ਆਰਾਧਕਾਂ ਨੂੰ, ਤਾਲਬਾਂ ਨੂੰ ਟਿਕਾ ਨਹੀਂ ਆਉਣਾ ਤਾਂ ਫਿਰ ਦੇਣ ਵਾਲਾ ਵੀ ਉਹ ਤਾਵਲਾ ਰਹਿੰਦਾ ਕਿ ਮੈਂ ਆਪਣੀਆਂ ਰਹਿਮਤਾਂ ਦੇ ਨਾਲ ਭਰ ਦਿਆਂ। ਉਹਨਾਂ ਨੂੰ ਜਿਹੜੇ ਜੀਵਨ ਨੂੰ ਲੋਚਦੇ ਨੇ, ਜਿਹੜੇ ਖੁਦਾ ਦੇ ਭੇਤ ਨੂੰ ਸਮਝ ਲੈਂਦੇ ਨੇ, ਇਸ ਲਈ ਇੱਥੇ ਖੁਦਾ ਦਾ ਜਨ ਬਿਆਨ ਕਰਦਾ ਹੈ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂਜੀ। हे यहोवा तू अमृत बेले मेरी आवाज़ सुनेगा। ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਣੇਗਾ। अमृत बेले मैं तेरे लिए तैयारी करके तेरी उड़ीक करांगा। ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਕੀ ਕਰਾਂਗਾ? ਕਿ ਪਰਮੇਸ਼ਰ ਨੇ ਮੈਨੂੰ ਪੂਰੇ ਦਿਨ ਦੀ ਆਸ਼ੀਸ਼ ਦੇਣੀ ਹੈ, ਮੈਨੂੰ ਆਪਣੀਆਂ ਰਹਿਮਤਾਂ ਦੇ ਨਾਲ ਭਰਨਾ ਹੈ। ਇਸ ਲਈ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਤੇ ਬਹੁਤ ਦਿਨ ਤੱਕ ਚਾਹੁੰਦਾ ਕਿ ਭਲਾਈ ਵੇਖੇ, ਉਹਦੇ ਲਈ ਜ਼ਰੂਰੀ ਹੈ। ਪੜ੍ਹੀਏ 12 34 ਜ਼ਬੂਰ ਤੇ 13, ਫਿਰ ਉਸੇ ਐਤ ਤੇ ਆਵਾਂਗੇ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ, ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਅਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ। ਬਹੁਤ ਦਿਨ ਚਾਹੁੰਦਾ ਤਾਂ ਕਿ ਭਲਾਈ ਵੇਖੇ। ਆਪਣੀ ਜੀਵਨ ਨੂੰ ਬੁਰਾਈ ਤੋਂ। ਲਓ ਜੀ, ਪਹਿਲੀ ਗੱਲ ਆਪਾਂ ਇੱਥੇ ਹੀ ਰਹਿਣਾ ਆ। ਸਾਡੇ ਸਰੀਰ ਦੇ ਵਿੱਚ ਢੇਰ ਸਾਰੇ ਅੰਗ ਵਾ, ਪਰ ਖੁਦਾ ਦਾ ਜਨ ਇੱਕ ਅੰਗ ਜੀਭ ਤੋਂ ਗੱਲ ਸ਼ੁਰੂ ਕਰਦਾ ਆ। ਆਰਾਧਨਾ ਆਪਾਂ ਜੀਭ ਨਾਲ ਕਰਦੇ ਆ, ਪ੍ਰਾਰਥਨਾ ਆਪਾਂ ਜੀਭ ਨਾਲ ਕਰਦੇ ਆ, ਗਵਾਹੀ ਆਪਾਂ ਜੀਭ ਨਾਲ ਦਿੰਦੇ ਆ, ਪ੍ਰਚਾਰ ਆਪਾਂ ਜੀਭ ਨਾਲ ਕਰਦੇ ਆ। ਜੇ ਜੀਭ ਨੂੰ ਅਸੀਂ ਸਹੀ ਕੰਮ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ, ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਆ ਤੇ ਬਹੁਤ ਦਿਨ ਤੀਕਰ ਭਲਾਈ ਵੇਖੇ? ਉਹਦੇ ਲਈ ਪਹਿਲੀ ਗੱਲ ਪੜ੍ਹੀਏ ਜੀ। ਆਪਣੀ ਜੀਭ ਨੂੰ ਬੁਰਾਈ ਤੋਂ। ਆਪਣੀ ਜੀਭ ਨੂੰ ਬੁਰਾਈ ਤੋਂ। ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖ। ਆਪਣੇ ਬੁੱਲਾਂ ਨੂੰ ਮਕਰ, ਛਲ ਬੋਲਣ ਤੋਂ, ਕਪਟ ਬੋਲਣ ਤੋਂ, ਬੁਰੇ ਸ਼ਬਦ ਬੋਲਣ ਤੋਂ ਰੋਕ ਰੱਖ। ਪਹਿਲੀ ਗੱਲ। ਉਹਦੇ ਉਲਟ ਆਪਣੀ ਜੀਭ ਨਾਲ ਹਮੇਸ਼ਾ ਖੁਦਾ ਨੂੰ ਮਹਿਮਾ ਦਿਓ। ਜੀਭ ਨੂੰ ਭਲਾਈ ਲਈ ਵਰਤਣਾ ਸ਼ੁਰੂ ਕਰੋ। ਦਾਊਦ ਨੇ ਖੁਦਾ ਦੀ ਉਪਾਸਨਾ ਕਰਦੇ ਕਰਦੇ ਹੀ ਪੀੜ੍ਹੀ ਦਰ ਪੀੜ੍ਹੀ ਬਰਕਤਾਂ ਨੂੰ ਪ੍ਰਾਪਤ ਕਰ ਲਿਆ। ਉਪਾਸਨਾ ਦੇ ਜ਼ਰੀਏ ਹੀ ਆਪਣੀ ਜੀਵਨ ਨੂੰ ਖੁਦਾ ਦੀ ਮਹਿਮਾ ਦੇ ਲਈ ਹੀ ਵਰਤਿਆ। ਉਹ ਜੀਵਨ ਦਾ ਅਰਕ ਕੱਢ ਕੇ ਸਾਡੇ ਅੱਗੇ ਰੱਖਿਆ ਆ। ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਤੇ ਬਹੁਤ ਦਿਨ ਭਲਾਈ ਚਾਹੁੰਦਾ ਆ? ਉਹਦੇ ਲਈ ਜ਼ਰੂਰੀ ਆ ਕਿ ਆਪਣੀ ਜੀਵ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ ਤੇ ਆਪਣੀ ਜੀਭ ਨਾਲ ਹਮੇਸ਼ਾ ਖੁਦਾ ਦੀ ਮਹਿਮਾ ਕਰੇ। ਔਰ ਜਦੋਂ ਆਪਣੀ ਜੀਭ ਖੁਦਾ ਦੀ ਵਡਿਆਈ ਦੇ ਲਈ ਵਰਤੋਗੇ ਤੇ ਇੱਕ ਜੀਵ ਦੇ ਕਾਰਨ ਤੁਹਾਡੇ ਸਾਰੇ ਸਰੀਰ ਦੇ ਅੰਗਾਂ ਦੇ ਉੱਤੇ ਖੁਦਾ ਦਾ ਫਜ਼ਲ ਹੋਵੇਗਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਸਾਰੇ ਅੰਗਾਂ ਦੇ ਉੱਤੇ।
ਸਾਰੇ ਅੰਗਾਂ ਤੇ ਖੁਦਾ ਦਾ ਫਜ਼ਲ ਹੋਵੇਗਾ, ਸਾਰੇ ਅੰਗ ਸਲਾਮਤ ਰਹਿਣਗੇ। ਕਿਉਂਕਿ ਦਾਊਦ ਨੇ ਆਪਣੀ ਜੀਵ ਨੂੰ ਓਨਲੀ ਖੁਦਾ ਦੀ ਮਹਿਮਾ ਦੇ ਲਈ ਹੀ ਵਰਤਿਆ। ਇਸ ਲਈ ਉਹ ਸਾਨੂੰ ਕਹਿ ਹੀ ਨਹੀਂ ਰਿਹਾ, ਬਲਕਿ ਉਹ ਖੁਦ ਵੀ ਖੁਦਾ ਦੇ ਅੱਗੇ ਆਪਣੇ ਲਈ ਬੇਨਤੀ ਕਰਦਾ। 141 ਜ਼ਬੂਰ ਉਹਦੀ 3 ਐਤ ਪੜ੍ਹੀਏ, ਧਿਆਨ ਨਾਲ ਸੁਣੀਏ। ਹੇ ਯਹੋਵਾ ਮੇਰੇ ਮੂੰਹ ਤੇ ਪੈਰਾ ਬਿਠਾ। ਹੇ ਯਹੋਵਾ ਮੇਰੇ ਮੂੰਹ ਤੇ ਕੀ ਕਰਦੇ? ਪਰਮੇਸ਼ਰ ਨੂੰ ਕਹਿ ਰਿਹਾ। ਸਾਡੀ ਹਾਲਤ ਉਲਟ ਵਾ। ਅਸੀਂ ਮੂੰਹ ਤੇ ਪੈਰਾ ਉਦੋਂ ਬਿਠਾ ਲੈਂਦੇ ਜਦੋਂ ਰੱਬ ਦੀ ਹਜ਼ੂਰੀ ਚ ਆ ਗਏ। ਆਰਾਧਨਾ ਵੇਲੇ ਸਾਡਾ ਮੂੰਹ ਨਹੀਂ ਖੁੱਲਦਾ। ਜਦੋਂ ਅਸੀਂ ਰੱਬ ਦੀ ਹਜ਼ੂਰੀ ਚ ਆ ਗਏ ਉਦੋਂ ਮੂੰਹ ਤੇ ਪੈਰਾ ਬਿਠਾ ਲੈਂਦੇ ਆ, ਵੀ ਨਹੀਂ ਬੋਲਣਾ ਨਹੀਂ। ਇੱਥੇ ਹੀ ਪ੍ਰੋਬਲਮ ਹੈ। ਜਦੋਂ ਤੁਸੀਂ ਰੱਬ ਦੀ ਹਜ਼ੂਰੀ ਚ ਆ ਕੇ ਖੁੱਲ ਕੇ ਖੁਦਾ ਦੀ ਉਪਾਸਨਾ ਕਰੋਗੇ ਤੇ ਬਿਮਾਰੀਆਂ, ਨਿਰਾਸ਼ਾ, ਪਰੇਸ਼ਾਨੀ, ਨਫ਼ਰਤ, ਸਾਰੀਆਂ ਬੁਰਾਈਆਂ ਆਪਣੇ ਆਪ ਹੀ ਜ਼ਿੰਦਗੀ ਚੋਂ ਚਲੀਆਂ ਜਾਣੀਆਂ। ਅਸੀਂ ਜਦੋਂ ਰੱਬ ਦੀ ਹਜ਼ੂਰੀ ਚ ਆਉਂਦੇ ਉਦੋਂ ਮੂੰਹ ਤੇ ਪੈਰਾ ਬਿਠਾ ਲੈਂਦੇ, ਜਦ ਕਿ ਖੁਦਾ ਦਾ ਕਲਾਮ ਕਹਿੰਦਾ ਜਦੋਂ ਤੂੰ ਰੱਬ ਦੀ ਹਜ਼ੂਰੀ ਚ ਆਏ ਤਾਂ ਸਰਫਾ ਨਾ ਕਰੀ। ਹਾਲੇਲੂਇਆ। ਸੰਗ ਅੱਡ ਕੇ, ਸੰਗ ਅੱਡ ਕੇ, ਸੰਗ ਅੱਡ ਕੇ, ਰੱਬ ਲਈ ਨਹੀਂ ਪੁਕਾਰਦੇ, ਸੰਗ ਅੱਡ ਕੇ ਅਸੀਂ ਸੰਸਾਰਿਕ ਗੱਲਾਂ ਦੇ ਲਈ, ਸੰਸਾਰਿਕ ਕੰਮਾਂ ਦੇ ਲਈ ਅਸੀਂ ਜ਼ਰੂਰ ਸੰਗ ਅੱਡਦੇ ਹਾਂ। ਪ੍ਰੋਬਲਮ ਇਹੀ ਹੈ ਜਿਹਦੇ ਕਾਰਨ ਖੁਦਾ ਦੀ ਆਸ਼ੀਸ਼ ਸਾਡੇ ਉੱਤੇ ਨਹੀਂ ਆਉਂਦੀ। ਦਾਊਦ ਆਪਣੀ ਜ਼ਿੰਦਗੀ ਦੇ ਤਜਰਬੇ ਨੂੰ ਬਿਆਨ ਕਰਦਾ ਹੈ। ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਆ ਤੇ ਬਹੁਤ ਦਿਨ ਤੀਕਰ ਭਲਾਈ ਚਾਹੁੰਦਾ ਆ? ਉਹਦੇ ਲਈ ਜ਼ਰੂਰੀ ਆ ਕਿ ਆਪਣੇ ਜੀਵ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ। ਅਸੀਂ ਜਦੋਂ ਰੱਬ ਦੀ ਇਬਾਦਤ ਦਾ ਸਮਾਂ, ਆਰਾਧਨਾ ਦਾ ਸਮਾਂ, ਉਦੋਂ ਅਸੀਂ ਆਪਣੀ ਜ਼ੁਬਾਨ ਨਹੀਂ ਖੋਲਦੇ, ਜਿਹਦੇ ਕਾਰਨ ਸਾਡੇ ਕੋਲ ਆਸ਼ੀਸ਼ ਨਹੀਂ ਆਉਂਦੀ ਜਿਹੜੀ ਆਉਣੀ। ਹਾਲੇਲੂਇਆ। ਇਸੇ ਲਈ ਪਰਮੇਸ਼ਰ ਦਾ ਪਵਿੱਤਰ ਵਚਨ ਸਿਖਾਉਂਦਾ ਆ। ਪੜ੍ਹੀਏ, ਧਿਆਨ ਨਾਲ ਸੁਣੀਏ। 141 ਜ਼ਬੂਰ ਉਹਦੀ 3 ਐਤ। ਹਾਂਜੀ। ਹੇ ਯਹੋਵਾ ਮੇਰੇ ਮੂੰਹ ਤੇ ਪੈਰਾ ਬਿਠਾ। ਹੇ ਯਹੋਵਾ ਮੇਰੇ ਮੂੰਹ ਤੇ ਪੈਰਾ ਬਿਠਾ। ਮੇਰੇ ਬੁੱਲਾਂ ਦੇ ਦਰ ਉੱਤੇ ਰਾਖਾ ਰੱਖ। ਮੇਰੇ ਬੁੱਲਾਂ ਦੇ ਦਰ ਉੱਤੇ ਰਾਖਾ ਰੱਖ। ਹਾਂ। ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ। ਹਾਂ, ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਮੇਰੇ ਮੂੰਹ ਤੇ ਪੈਰਾ ਬਿਠਾ ਦੇ ਤੇ ਮੇਰੇ ਬੁੱਲਾਂ ਦੇ ਦਰ ਉੱਤੇ ਰਾਖਾ ਰੱਖ ਦੇ ਕਿ ਕੋਈ ਸ਼ਬਦ ਮਾੜਾ ਮੇਰੀ ਜ਼ਬਾਨ ਚੋਂ ਨਾ ਨਿਕਲੇ। ਇਸ ਲਈ ਦਾਊਦ ਖੁਦਾ ਦੇ ਅੱਗੇ ਦੁਆ ਕਰਦਾ, ਪ੍ਰਾਰਥਨਾ ਕਰਦਾ ਕਿ ਮੇਰੀ ਜੀਭ ਸਿਰਫ ਤੇਰੀ ਮਹਿਮਾ ਦੇ ਲਈ ਹੋਵੇ, ਤੇਰੀ ਉਪਾਸਨਾ ਦੇ ਲਈ ਹੋਵੇ, ਕਿਸੇ ਨੂੰ ਦੁਰਵਚਨ ਬੋਲਣੇ ਲਈ ਨਹੀਂ, ਕਿਸੇ ਨੂੰ ਸ਼ਰਾਪ ਦੇਣ ਲਈ ਨਹੀਂ, ਬਲਕਿ ਮੇਰੀ ਜੀਭ ਸਿਰਫ ਪਰਮੇਸ਼ਰ ਤੇਰੀ ਉਪਾਸਨਾ ਲਈ ਹੋਵੇ। ਉਪਾਸਨਾ ਕਰਦੇ ਕਰਦੇ ਉਹਨੇ ਪੀੜ੍ਹੀ ਦਰ ਪੀੜ੍ਹੀ ਖੁਦਾ ਦੀ ਕਿਰਪਾ ਨੂੰ ਪ੍ਰਾਪਤ ਕੀਤਾ। ਅਯੂਬ ਦੇ ਬਾਰੇ ਅਸੀਂ ਸੁਣਦੇ ਹਾਂ ਕਿ 10 ਬੱਚੇ ਸੀ, ਚਲੇ ਗਏ, ਮਾਲ ਡੰਗਰ ਨੌਕਰ ਚਾਕਰ ਸਭ ਕੁਝ ਖਤਮ ਹੋ ਗਿਆ। ਪਰ ਕਲਾਮ ਬਿਆਨ ਕਰਦਾ 42 ਅਧਿਆਏ ਉਹਦੀ 10 ਐਤ, ਖੁਦਾ ਨੇ ਅਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ। ਜਿੰਨਾ ਉਹਦੇ ਕੋਲੋਂ ਚਲਾ ਗਿਆ ਸੀ ਪਰਮੇਸ਼ਰ ਨੇ ਉਹਨੂੰ ਦੁੱਗਣਾ ਕਰਕੇ ਮੋੜ ਕੇ ਦਿੱਤਾ। ਪੜ੍ਹੀਏ 42 ਜ਼ਬੂਰ ਉਹਦੀ 10 ਐਤ।
ਜਦੋਂ ਅਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਲਓ ਜੀ, ਆਪਣੇ ਮਿੱਤਰਾਂ ਲਈ ਦੁਆ ਕੀਤੀ ਹੈ। ਤਾਂ ਮਿੱਤਰ ਭਾਵੇਂ ਕਹਿ ਰਹੇ ਨੇ ਅਯੂਬ ਤੋਂ ਗੁਨਾਹਗਾਰ ਹੈ, ਪਾਪੀ ਹੈ। ਮਿੱਤਰ ਭਾਵੇਂ ਕਈ ਤਰੀਕਿਆਂ ਦੀਆਂ ਗੱਲਾਂ ਕਰਦੇ ਨੇ। ਅਯੂਬ ਦਾ ਭਾਵੇਂ ਸਭ ਕੁਝ ਚਲਾ ਗਿਆ, ਖੁਦਾ ਨੇ ਫਿਰ ਵੀ ਅਯੂਬ ਨੂੰ ਕਿਹਾ ਆਪਣੇ ਮਿੱਤਰਾਂ ਲਈ ਦੁਆ ਕਰ। ਤੁਹਾਡੀ ਹਮੇਸ਼ਾ ਦੂਜੇ ਦੇ ਲਈ ਦੁਆ ਹੋਣੀ ਚਾਹੀਦੀ ਆ, ਦੂਜੇ ਲਈ ਭਲਾ ਹੀ ਹੋਣਾ ਚਾਹੀਦਾ ਆ। ਇਸ ਗੱਲ ਦੀ ਪਰਮੇਸ਼ਰ ਹਰ ਇੱਕ ਬਲੀਵਰ ਤੋਂ ਮੰਗ ਕਰਦਾ ਆ। ਅਯੂਬ ਦੇ ਜਦੋਂ ਆਪਣੇ ਮਿੱਤਰਾਂ ਲਈ ਦੁਆ ਕੀਤੀ, ਦੁਆ ਆਪਣੇ ਮਿੱਤਰਾਂ ਲਈ ਕੀਤੀ ਹੈ। ਕਿਹੜੇ ਮਿੱਤਰ? ਜਿਹੜੇ ਤਿੰਨ ਆ ਕੇ ਉਹਨੂੰ ਕਹਿ ਰਹੇ ਆ ਅਯੂਬ ਤਦੇ ਤੇਰੇ ਪੁੱਤਰ ਧੀਆਂ ਚਲੇ ਗਏ, ਮਾਲ ਡੰਗਰ ਚਲਾ ਗਿਆ, ਤਦੇ ਹੀ ਤੇਰੇ ਸਰੀਰ ਤੇ ਕੋੜ ਵਾਲੀ ਹਾਲਤ ਹੋ ਗਈ ਆ, ਸੱਚਮੁੱਚ ਤੂੰ ਗੁਨਾਹਗਾਰੀ ਹੈ, ਤੇਰਾ ਜੀਵਨ ਹੀ ਇਦਾਂ ਦਾ ਆ। ਸਿਰਜਣਹਾਰੇ ਨੇ ਅਯੂਬ ਨੂੰ ਕਿਹਾ ਆਪਣੇ ਮਿੱਤਰਾਂ ਲਈ ਦੁਆ ਕਰ। ਦੁਆ ਉਹ ਆਪਣੇ ਮਿੱਤਰਾਂ ਲਈ ਕਰਦਾ ਆ। ਤੇ ਨਸੀਬ ਜਿਹੜੇ ਆ ਅਯੂਬ ਦੇ ਬਹਾਲ ਹੋਏ ਨੇ। ਇਹ ਜੀਵ ਦਾ ਚਮਤਕਾਰ ਹੈ, ਇਹ ਜੀਵ ਦਾ ਕੰਮ ਹੈ। ਤਦੇ ਹੀ ਦਾਊਦ ਬਿਆਨ ਕਰਦਾ ਆ ਆਪਣੀ ਜੀਵ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖ। ਖੁਦਾ ਨੇ ਅਯੂਬ ਨੂੰ ਕਿਹਾ ਆਪਣੇ ਮਿੱਤਰਾਂ ਲਈ ਦੁਆ ਕਰ। ਜਦੋਂ ਦੁਆ ਕੀਤੀ, ਪੜ੍ਹੀਏ 10 ਐਤ। ਜਦੋਂ ਅਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ, ਆਪਣੇ ਮਿੱਤਰਾਂ ਲਈ ਦੁਆ ਕਰ ਚੁੱਕਾ, ਤਾਂ ਯਹੋਵਾ ਨੇ ਅਯੂਬ ਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ ਅਤੇ ਜੋ ਕੁਝ ਅਯੂਬ ਦੇ ਕੋਲ ਸੀ ਯਹੋਵਾ ਨੇ ਦੁੱਗਣਾ ਕਰ ਦਿੱਤਾ। ਹਾਲੇਲੂਇਆ। ਜੋ ਕੁਝ ਚਲਾ ਗਿਆ ਸੀ ਪਰਮੇਸ਼ਰ ਨੇ ਦੁੱਗਣਾ ਕਰਕੇ ਮੋੜ ਕੇ ਦਿੱਤਾ ਉਹਨੂੰ। ਹਾਲੇਲੂਇਆ, ਹਾਲੇਲੂਇਆ। ਇਸ ਲਈ ਸਰੀਰ ਦੇ ਢੇਰ ਸਾਰੇ ਅੰਗ ਨੇ, ਪਰ ਦਾਊਦ ਜੀਵ ਤੋਂ ਗੱਲ ਸ਼ੁਰੂ ਕਰਦਾ ਆ। ਜੇ ਅਸੀਂ ਆਪਣੇ ਜੀਵ ਨੂੰ ਖੁਦਾ ਦੀ ਮਹਿਮਾ ਦੇ ਲਈ, ਵਡਾਈ ਦੇ ਲਈ, ਭਲਾਈ ਦੇ ਲਈ, ਮਾਨਵਤਾ ਦੀ ਭਲਾਈ ਦੇ ਲਈ, ਪ੍ਰਾਰਥਨਾ ਲਈ, ਖੁਦਾ ਦੀ ਉਪਾਸਨਾ ਲਈ ਵਰਤਣਾ ਸ਼ੁਰੂ ਕਰ ਦਿੱਤਾ ਤੇ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਨੂੰ ਦੁਨੀਆ ਲਈ ਬਰਕਤ ਦਾ ਕਾਰਨ ਬਣਾਵੇਗਾ। ਜੋ ਚਲਾ ਗਿਆ ਆਪਣੇ ਆਪ ਵਾਪਸ ਆਵੇਗਾ। ਅਯੂਬ ਦਾ ਜੋ ਕੁਝ ਚਲਾ ਗਿਆ ਹੀ ਵਾਪਸ ਆ ਗਿਆ। ਕਿਉਂ ਆਇਆ? ਪਹਿਲਾ ਅਧਿਆਏ ਉਹਦੀ ਲਾਸਟ ਐਤ ਪੜ੍ਹੀਏ, ਦੂਸਰਾ ਅਧਿਆਏ ਉਹਦੀ 10 ਐਤ ਪੜ੍ਹੀਏ। ਇਸ ਸਾਰੇ ਵਿੱਚ ਨਾ ਤਾਂ ਅਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ਰ ਉੱਤੇ ਬੇਅਕਲੀ ਦਾ ਦੋਸ਼ ਲਾਇਆ। ਆਪਣੀ ਜ਼ਬਾਨ ਦੇ ਨਾਲ, ਆਪਣੇ ਬੁੱਲਾਂ ਦੇ ਨਾਲ ਅਯੂਬ ਨੇ ਪਰਮੇਸ਼ਰ ਤੇ ਕਿਸੇ ਤਰ੍ਹਾਂ ਦਾ ਵੀ ਦੋਸ਼ ਨਹੀਂ ਲਾਇਆ। ਭਾਵੇਂ ਸਭ ਕੁਝ ਚਲਾ ਗਿਆ। ਪਹਿਲੀ ਐਤ ਤੋਂ ਲੈ ਕੇ 21 ਐਤ ਤੱਕ ਪੜੋਗੇ ਤੁਹਾਨੂੰ ਮਿਲੇਗਾ ਸਭ ਕੁਝ ਚਲਾ ਗਿਆ। 19-20 ਐਤ ਪੜੋਗੇ ਮਿਲੇਗਾ ਕਿ ਅਯੂਬ ਉੱਠਿਆ, ਆਪਣੇ ਕੱਪੜੇ ਪਾੜ ਲਏ, ਧਰਤੀ ਤੀਕ ਝੁਕਿਆ ਤੇ ਕੋਈ ਗੱਲ ਕਹੀ, ਉਹਨੇ ਦਿੱਤਾ ਸੀ ਉਹਨੇ ਲੈ ਲਿਆ, ਉਹਦਾ ਨਾਂ। ਏਦਾਂ ਦੀਆਂ ਜ਼ਿੰਦਗੀਆਂ ਵੀ ਹੈ ਜਿਨ੍ਹਾਂ ਦਾ ਇਤਿਹਾਸ ਬਣਦਾ ਆ, ਜਿਨ੍ਹਾਂ ਨੂੰ ਸਿਰਜਣਹਾਰਾ ਦੁਨੀਆ ਲਈ ਦਿਸ਼ਾ ਨਿਰਦੇਸ਼ਕ ਬਣਾਉਂਦਾ ਹੈ। ਉਹਨੇ ਦਿੱਤਾ, ਉਹਨੇ ਲੈ ਲਿਆ, ਉਹਦਾ ਨਾਂ। ਗੱਲ ਉੱਥੇ ਹੀ ਆ ਜਾਂਦੀ ਹੈ। ਆਏ ਦੀ ਖੁਸ਼ੀ ਨਹੀਂ ਤਾਂ ਗਏ ਦਾ। ਦੋ ਅਧਿਆਏ ਇਹਦੀ 10 ਐਤ ਪੜ੍ਹੀ। ਪਰ ਉਸਨੇ ਉਹਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈ।
ਕਿ ਅਸੀਂ ਚੰਗਾ ਚੰਗਾ ਤਾਂ ਪਰਮੇਸ਼ਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ। ਇਹ ਸਾਰੇ ਵਿੱਚ ਅਯੂਬ ਨੇ ਆਪਣੇ ਬੁੱਲਾਂ ਨਾਲ ਪਾਪ ਨਾ ਕੀਤਾ। ਆਪਣੇ ਬੁੱਲਾਂ ਦੇ ਨਾਲ ਇੱਕ ਵੀ ਮਾੜਾ ਸ਼ਬਦ ਨਹੀਂ ਬੋਲਿਆ। ਉਹਦੀ ਪਤਨੀ ਕਹਿ ਰਹੀ ਹੈ, ਜਿਸ ਪਰਮੇਸ਼ਰ ਨੇ ਸਭ ਕੁਝ ਲੈ ਲਿਆ ਉਹਨੂੰ ਫਟਕਾਰ ਤੇ ਨਾਲ ਮਰ ਵੀ ਜਾ, ਏਦਾਂ ਕਹਿ ਰਹੀ ਹੈ। 8-9 ਆਇਤ ਪੜੋਗੇ ਤੁਹਾਨੂੰ ਮਿਲੇਗਾ ਕਿ ਜਿਸ ਪਰਮੇਸ਼ਰ ਨੇ ਸਭ ਕੁਝ ਲੈ ਲਿਆ ਉਹਨੂੰ ਫਟਕਾਰ ਤੇ ਕੀ ਹੋ ਜਾ। ਪਤਨੀ ਕਹਿ ਰਹੀ ਆਪਣੇ ਪਤੀ ਨੂੰ। ਉਹਨੇ ਕੀ ਕਿਹਾ? ਕਹਿੰਦਾ ਜਦੋਂ ਮਿਲਦਾ ਸੀ ਚੰਗਾ ਚੰਗਾ ਅਸੀਂ ਲੈਂਦੇ ਸੀ, ਤੇ ਜੇ ਹੁਣ ਦੁੱਖ ਦਾ ਟਾਈਮ ਆ ਗਿਆ ਤੇ ਉਹ ਨਾ ਅਸੀਂ ਲਈਏ। ਲਿਖਿਆ ਅਯੂਬ ਨੇ ਆਪਣੇ ਬੁੱਲਾਂ ਨਾਲ ਇੱਕ ਵੀ ਸ਼ਬਦ ਮਾੜਾ। ਇਹ ਕੁਆਲਿਟੀ ਹੈ। ਇਸ ਕਾਰਨ ਜਿੰਨਾ ਚਲਾ ਗਿਆ ਸੀ ਖੁਦਾ ਨੇ ਦੁੱਗਣਾ ਕਰਕੇ ਮੋੜ ਕੇ ਦਿੱਤਾ ਉਹਨੂੰ। ਹਾਲੇਲੂਇਆ। ਇਹ ਜੀਵ ਦਾ ਅਸਰ ਵਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਹ ਜੀਵ ਦਾ ਫਲ ਵਾ। ਜਦੋਂ ਸਭ ਕੁਛ ਚਲਾ ਗਿਆ, ਸਰੀਰ ਤੇ ਕੋੜ ਵਾਲੀ ਹਾਲਤ ਹੋ ਗਈ ਤੇ 3 ਮਿੱਤਰ ਵਿਰੋਧੀ ਬਣ ਗਏ, ਪਤਨੀ ਵਿਰੋਧੀ ਬਣ ਗਈ, ਸਾਰਾ ਸਿਸਟਮ ਹੀ ਏਦਾਂ ਲੱਗਦਾ ਸੀ ਵੀ ਖੇਲ ਖਤਮ ਹੈ। ਪਰ ਜੇ ਤੁਸੀਂ ਇਹਦੀਆਂ 42 ਅਧਿਆਏ ਦੀਆਂ ਆਖਰੀ 2 ਆਇਤਾਂ ਪੜ੍ਹੋ ਤੇ ਤੁਹਾਨੂੰ ਮਿਲੇਗਾ ਇਸ ਤੋਂ ਬਾਅਦ ਵਿੱਚ ਵੀ ਅਯੂਬ 140 ਸਾਲ ਤੱਕ ਜਿਉਂਦਾ ਰਿਹਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਕਿੰਨੇ ਸਾਲ? 140 ਸਾਲ। ਸਭ ਕੁਝ ਵਾਪਸ ਆ ਗਿਆ। ਖੁਦਾ ਨੇ ਜਿਹੜੀਆਂ ਉਹਨੂੰ ਧੀਆਂ ਦਿੱਤੀਆਂ, ਕਲਾਮ 'ਚ ਲਿਖਿਆ ਇੰਨੀਆਂ ਰੂਪਵੰਤ ਤੇ ਇੰਨੀਆਂ ਸੋਹਣੀਆਂ ਸੀ ਕਿ ਸੰਸਾਰ ਵਿੱਚ ਉਦਾਂ ਦੇ ਕੋਈ ਬੱਚੇ ਨਹੀਂ ਸੀ। 140 ਸਾਲ ਤੱਕ ਅਯੂਬ ਇਸ ਦੁੱਖ ਤੋਂ ਬਾਅਦ ਵਿੱਚ ਵੀ ਜਿਉਂਦਾ ਰਿਹਾ। ਕਿਉਂ? ਕਿਉਂਕਿ ਦਾਊਦ ਦਾ ਪੁੱਤਰ ਸੁਲੇਮਾਨ ਬਿਆਨ ਕਰਦਾ ਹੈ। 18 ਅਧਿਆਏ ਉਹਦੀ 21 ਆਇਤ ਪੜ੍ਹੀਏ। ਕਹਾਵਤਾਂ ਦੀ ਪੁਸਤਕ 18 ਅਧਿਆਏ ਉਹਦੀ 21 ਆਇਤ। ਮੌਤ ਅਤੇ ਜਿਉਣ ਦੋਵੇਂ ਜੀਵ ਦੇ ਵੱਸ ਵਿੱਚ ਹਨ। ਮੌਤ ਤੇ ਜਿਉਣ ਦੋਨੇ ਜੀਵ ਦੇ ਵੱਸ ਵਿੱਚ ਹਨ। ਹਾਂ। ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਜਿਹੜੇ ਉਸ ਨਾਲ ਪ੍ਰੀਤ ਲਾਉਂਦੇ ਆ ਉਸ ਦਾ ਫਲ ਖਾਣਗੇ। ਹਾਂ, ਜੀਵ ਜਿੱਦਾਂ ਦੀ ਪ੍ਰੀਤ ਲਾਉਂਦੀ ਆ, ਜਿੱਦਾਂ ਦਾ ਬੋਲਦੀ ਆ, ਉਹਦੇ ਮੁਤਾਬਕ ਹੀ ਫਲ ਮਿਲਣਾ ਆ। ਉਹਦਾ ਫਲ ਖਾਣਗੇ। ਫਿਰ ਪੜ੍ਹੀਏ, ਧਿਆਨ ਨਾਲ ਸੁਣੀਏ। ਕਹਾਵਤਾਂ ਦੀ ਪੁਸਤਕ 18 ਅਧਿਆਏ ਉਹਦੀ 21 ਆਇਤ। ਹਾਂਜੀ। ਮੌਤ ਅਤੇ ਜਿਉਣ ਮੌਤ ਤੇ ਜੀਵਨ ਦੋਵੇਂ ਜੀਵ ਦੇ ਵੱਸ ਵਿੱਚ ਹਨ। ਦੋਨੇ ਜੀਵ ਦੇ ਵੱਸ ਵਿੱਚ ਹਨ। ਜੋ ਉਸ ਨਾਲ ਪ੍ਰੀਤ ਰੱਖਦੇ ਹਨ। ਜੀਵ ਨਾਲ ਜਿੱਦਾਂ ਦੀ ਪ੍ਰੀਤ ਲਾਉਂਦੇ ਹੋ, ਜਿੱਦਾਂ ਨੂੰ ਜੀਵ ਨੂੰ ਵਰਤਦੇ ਹੋ, ਉਸ ਦਾ ਫਲ ਖਾਣਗੇ। ਹਾਂ, ਉਹਦਾ ਫਲ। ਅਯੂਬ ਨੇ ਆਪਣੇ ਜੀਵ ਨੂੰ ਖੁਦਾ ਦੀ ਮਹਿਮਾ ਦੇ ਲਈ ਵਰਤਿਆ। ਜਿੰਨਾ ਚਲਾ ਗਿਆ ਸੀ ਦੁੱਗਣਾ ਕਰਕੇ ਖੁਦਾ ਨੇ ਦਿੱਤਾ। ਉਸ ਤੋਂ ਬਾਅਦ ਵੀ 140 ਸਾਲ ਤੱਕ ਅਯੂਬ ਜਿਉਂਦਾ ਰਿਹਾ। ਔਰ ਬਾਈਬਲ ਦੇ ਇਤਿਹਾਸ ਵਿੱਚ ਖਾਸ ਗੱਲਾਂ ਲਿਖੀਆਂ ਗਈਆਂ ਕਿ ਉਹਨੇ ਆਪਣੇ ਬੁੱਲਾਂ ਦੇ ਨਾਲ ਇੱਕ ਵੀ ਮਾੜਾ ਸ਼ਬਦ ਨਹੀਂ ਬੋਲਿਆ। ਇਸ ਲਈ ਜੀਵ ਦੇ ਕਾਰਨ ਖੁਦਾ ਨੇ ਅਯੂਬ ਨੂੰ ਵਾਪਸ ਸਭ ਕੁਝ ਦੇ ਦਿੱਤਾ। ਇਸ ਲਈ ਦਾਊਦ ਆਪਣੇ ਤਜਰਬੇ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਆ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਤੇ ਬਹੁਤ ਦਿਨ ਚਾਹੁੰਦਾ ਭਲਾਈ ਵੇਖੇ। ਉਹਦੇ ਲਈ ਜ਼ਰੂਰੀ ਆ ਕਿ ਆਪਣੀ ਜੀਭ ਨੂੰ ਬੁਰਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ। ਹਾਲੇਲੂਇਆ, ਹਾਲੇਲੂਇਆ। ਅਯੂਬ ਤੋਂ ਬਾਅਦ ਯਾਕੂਬ, ਪ੍ਰਭੂ ਯਿਸੂ ਮਸੀਹ ਦਾ ਚੇਲਾ, ਉਹਨੇ ਪ੍ਰਗਟ ਕੀਤਾ ਕਿ ਜੀਵ ਇੱਕ ਅੱਗ ਵਾ
ਜਿੱਦਾਂ ਇੱਕ ਤੀਲੀ ਦੇ ਨਾਲ ਵੱਡੇ ਤੋਂ ਵੱਡਾ ਜੰਗਲ ਸੜ ਕੇ ਸੁਆਹ ਹੋ ਜਾਂਦਾ, ਇਸ ਤਰ੍ਹਾਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਜੀਵ ਦੇ ਕਾਰਨ, ਜੇਕਰ ਅਸੀਂ ਜੀਵ ਨੂੰ ਖੁਦਾ ਦੇ ਵਚਨ ਦੇ ਅਨੁਸਾਰ ਨਹੀਂ ਵਰਤਦੇ। ਪੜ੍ਹੀਏ ਯਾਕੂਬ ਦੀ ਪੱਤਰੀ 3 ਅਧਿਆਇ ਉਹਦੀ 6 ਐਤ 9 10 11 12 ਐਤ ਪੜ੍ਹ ਕੇ ਪ੍ਰਾਰਥਨਾ ਵੱਲ ਜਾਵਾਂਗੇ। ਹਾਂਜੀ, ਜੀਭ ਵੀ ਇੱਕ ਅੱਗ ਹੈ। ਪੜ੍ਹੀਏ। ਜੀਭ ਵੀ ਇੱਕ ਅੱਗ ਹੈ। ਜੀਭ ਵੀ ਇੱਕ ਅੱਗ ਹੈ। ਸਾਡੇ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ। ਸਾਡਿਆਂ ਸਾਰਿਆਂ ਅੰਗਾਂ ਵਿੱਚ ਕੁਧਰਮ ਦੀ ਦੁਨੀਆ ਜੀਭ ਹੈ। ਹਾਂ, ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ, ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਅਤੇ ਭਾਵ ਚੱਕਰ ਨੂੰ ਅੱਗ ਲਾ ਦਿੰਦੀ ਹੈ, ਤੇ ਸਾਰੇ ਸਰੀਰ ਨੂੰ, ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ। ਹਾਲੇਲੂਇਆ। ਅੱਗੇ ਬਿਆਨ ਕਰਦਾ ਕਿ ਇਨਸਾਨ ਨੇ ਬੜੀ ਤਰੱਕੀ ਕੀਤੀ ਹੈ। ਅੱਗੇ ਪੜ੍ਹੀਏ। ਕਿਉਂਕਿ ਜੰਗਲੀ ਜਨੌਰਾਂ ਜੰਗਲੀ ਜਾਨਵਰਾਂ ਅਤੇ ਪੰਛੀਆਂ, ਘਿਸਣ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜਾਤ ਮਨੁੱਖ ਜਾਤ ਦੇ ਵਸ ਵਿੱਚ ਕੀਤੀ ਜਾਂਦੀ, ਸਗੋਂ ਕੀਤੀ ਵੀ ਗਈ ਹੈ। ਹਾਂ, ਪਰ ਜੀਵ ਨੂੰ ਕੋਈ ਮਨੁੱਖ ਵਸ ਵਿੱਚ ਨਹੀਂ ਕਰ ਸਕਦਾ। ਹਾਲੇਲੂਇਆ। ਇਨਸਾਨ ਦੀ ਕੁਆਲਿਟੀ ਦੱਸੀ ਆ ਕਿ ਜੰਗਲੀ ਜਾਨਵਰ ਖਤਰਨਾਕ ਤੋਂ ਖਤਰਨਾਕ, ਇਨਸਾਨ ਹਰ ਇੱਕ ਚੀਜ਼ ਨੂੰ ਬਸ 'ਚ ਕਰ ਲੈਂਦਾ ਆ, ਪਰ ਕੋਈ ਮਨੁੱਖ ਆਪਣੀ ਜੀਭ ਨੂੰ ਬਸ 'ਚ ਕਰਦਾ? ਜੇ ਕਰ ਲਵੇ ਤਾਂ ਪਰਮੇਸ਼ਰ ਉਸ ਜ਼ਿੰਦਗੀ ਨੂੰ ਸੰਸਾਰ ਲਈ ਬਰਕਤ ਦਾ ਕਾਰਨ ਬਣਾਉਂਦਾ ਹੈ। ਹਾਲੇਲੂਇਆ। ਅੱਗੇ, ਪਰ ਜੀਵ ਨੂੰ ਕੋਈ ਮਨੁੱਖ ਬਸ ਵਿੱਚ ਨਹੀਂ ਕਰ ਸਕਦਾ। ਉਹ ਇੱਕ ਚੰਚਲ ਬਲਾ ਹੈ, ਨਰਮ। ਹਾਂ, ਉਹ ਨਾਸ਼ ਕਰਨ ਵਾਲੀ ਵਿਸ ਨਾਲ ਭਰੀ ਹੋਈ ਹੈ, ਨਾਸ਼ ਕਰਨ ਵਾਲੀ ਜ਼ਹਿਰ ਨਾਲ ਭਰੀ ਹੋਈ ਹੈ। ਅੱਗੇ, ਉਸੇ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਆਖਦੇ ਹਾਂ, ਉਸੇ ਨਾਲ ਅਸੀਂ ਪਰਮੇਸ਼ਰ ਨੂੰ ਮੁਬਾਰਕ ਆਖਦੇ ਹਾਂ, ਅਤੇ ਉਸੇ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਰ ਦੇ ਸਰੂਪ ਉੱਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ। ਹਾਂ, ਉਸੇ ਜੀਵ ਨਾਲ ਅਸੀਂ ਪਰਮੇਸ਼ਰ ਨੂੰ ਮਹਿਮਾ ਦਿੰਦੇ ਹਾਂ, ਤੇ ਇਸੇ ਜੀਵ ਨਾਲ ਜਿਹੜੇ ਪਰਮੇਸ਼ਰ ਨੇ ਆਪਣੇ ਸਰੂਪ ਤੇ ਇਨਸਾਨ ਬਣਾਏ ਆ, ਅਸੀਂ ਉਹਨਾਂ ਨੂੰ ਸਰਾਪ ਦਿੰਦੇ ਹਾਂ, ਫਿਟਕਾਰਦੇ ਹਾਂ, ਗਾਲੀਆਂ ਦਿੰਦੇ ਹਾਂ, ਦੁਰਵਚਨ ਬੋਲਦੇ ਹਾਂ। ਉਸੇ ਜੀਵ ਨਾਲ ਰੱਬ ਨੂੰ ਮਹਿਮਾ ਦਿੰਦੇ ਹਾਂ, ਤੇ ਉਸੇ ਜੀਵ ਨਾਲ ਉਹਦੇ ਬਣਾਏ ਹੋਏ ਇਨਸਾਨਾਂ ਨੂੰ ਅਸੀਂ ਸਰਾਪ ਦਿੰਦੇ, ਫਿਟਕਾਰਦੇ ਹਾਂ, ਨਿੰਦਾ ਕਰਦੇ ਹਾਂ, ਦੁਰਵਚਨ ਬੋਲਦੇ ਹਾਂ। ਅੱਗੇ, ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਿਟਕਾਰ ਨਿਕਲਦੀ ਹੈ। ਹਾਂ, ਇੱਕੋ ਹੀ ਮੂੰਹ ਦੇ ਵਿੱਚੋਂ ਬਰਕਤ ਵੀ ਤਾਂ ਫਿਟਕਾਰ ਵੀ ਨਿਕਲਦੀ ਹੈ। ਹਾਂ, ਹੇ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਇਹ ਮੇਰੇ ਭਰਾਵੋ, ਇਹ ਗੱਲਾਂ ਏਦਾਂ ਹੋਣੀਆਂ ਨਹੀਂ ਚਾਹੀਦੀਆਂ। ਹਾਂ, ਭਲਾ ਸੋਮੇ ਦੇ ਇੱਕੋ ਮੂੰਹ ਤੋਂ ਕਦੀ ਮਿੱਠਾ ਤੇ ਖਾਰਾ ਪਾਣੀ ਵੀ ਨਿਕਲਦਾ ਹੈ। ਹਾਂ, ਚਸ਼ਮੇ ਜੋ ਕਹਿੰਦਾ ਕਦੀ ਖਾਰਾ ਤੇ ਕਦੀ ਮਿੱਠਾ ਪਾਣੀ ਨਿਕਲਦਾ। ਵੇ ਸਵੇਰੇ ਗੇੜਿਆ ਤੁਸੀਂ ਨਲਕਾ, ਮੋਟਰ ਚਲਾਈ ਜੀ, ਮਿੱਠਾ ਪਾਣੀ ਨਿਕਲਣ ਲੱਗ ਪਿਆ, ਤੇ ਜਦੋਂ ਅਸੀਂ 2 ਘੰਟਿਆਂ ਬਾਅਦ ਚਲਾਈ ਤੇ ਕੌੜਾ ਪਾਣੀ ਨਿਕਲਣ ਲੱਗ ਪਿਆ। ਅੱਗੇ, ਹੇ ਮੇਰੇ ਭਰਾਵੋ, ਕੀ ਇਹ ਹੋ ਸਕਦਾ ਹੈ ਜੋ ਹੰਜੀਰ ਦੇ ਬੂਟੇ ਨੂੰ ਜੈਤੂਨ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹੰਜੀਰ ਲੱਗੇ? ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ। ਅੱਗੇ, ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਹਾਲੇਲੂਇਆ। ਤੁਹਾਡੇ ਵਿੱਚ ਬੁੱਧਵਾਨ ਤੇ ਸਿਆਣਾ ਕਿਹੜਾ ਹੈ? ਇਸ ਗੱਲ ਨੂੰ ਸਮਝੇ। ਇਸ ਲਈ ਮੇਰੇ ਭਾਈ ਭੈਣੋ, ਜਦੋਂ ਪਰਮੇਸ਼ਰ ਨੇ ਸਾਨੂੰ ਆਪਣੇ ਕੰਮ ਲਈ ਬੁਲਾਇਆ, ਚੁਣਿਆ ਆ, ਤੇ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਜੀਵ ਨਾਲ ਦੂਜਿਆਂ ਨੂੰ ਆਸ਼ੀਸ਼ ਹੀ ਦੇਈਏ, ਤੇ ਆਪਣੀ ਜੀਵ ਨਾਲ ਸਿਰਜਣਹਾਰੇ ਦੀ ਉਪਾਸਨਾ ਕਰੀਏ। ਤੇ ਜਦੋਂ ਉਹਦੀ ਉਪਾਸਨਾ ਕਰਾਂਗੇ, ਆਸ਼ੀਸ਼ ਦਿਆਂਗੇ, ਤੇ ਸਭ ਤੋਂ ਪਹਿਲਾਂ ਖੁਦਾ ਸਾਨੂੰ ਬਰਕਤ, ਹਾਲੇਲੂਇਆ, ਸਭ ਤੋਂ ਪਹਿਲਾਂ ਪਰਮੇਸ਼ਰ ਸਾਨੂੰ ਬਰਕਤ ਦੇਵੇਗਾ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਕਿ ਅਸੀਂ ਆਪਣੀ ਜੀਵ ਨੂੰ ਖੁਦਾ ਦੀ ਮਹਿਮਾ ਦੇ ਲਈ ਵਰਤੀਏ, ਖੁਦਾ ਦੀ ਉਪਾਸਨਾ ਲਈ ਵਰਤੀਏ। ਪਤਰਸ ਬਿਆਨ ਕਰਦਾ ਪ੍ਰਭੂ ਯੀਸ਼ੂ ਮਸੀਹ ਦਾ ਸੁਭਾਅ, ਕਿ ਉਹਨੇ ਗਾਲੀਆਂ ਖਾ ਕੇ ਗਾਲੀ ਨਹੀਂ ਦਿੱਤੀ, ਬਲਕਿ ਉਲਟੇ ਉਹਨੇ ਆਸ਼ੀਸ਼ ਦਿੱਤੀ ਹੈ। ਪਤਰਸ ਪ੍ਰਭੂ ਯੀਸ਼ੂ ਮਸੀਹ ਦੇ ਸੁਭਾਅ ਦੇ ਬਾਰੇ ਬਿਆਨ ਕਰਦਾ
ਭਾਵੇਂ ਉਹਦੇ ਕੋੜੇ ਲਗਾਏ ਗਏ, ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਗਿਆ, ਉਹਦੇ ਹੱਥਾਂ ਪੈਰਾਂ 'ਚ ਕਿੱਲ ਠੋਕੇ ਗਏ, ਫਿਰ ਵੀ ਸਲੀਬ ਦੇ ਉੱਤੇ ਮੌਤ ਤੇ ਜ਼ਿੰਦਗੀ ਵਿੱਚ ਦੀ ਗੁਜ਼ਰਦੇ ਹੋਏ ਉਸਨੇ ਇਹ ਕਿਹਾ, ਕਹਿੰਦਾ ਪਿਤਾ ਇਹਨਾਂ ਨੂੰ ਕੀ ਕਰਦੇ, ਇਹ ਨਹੀਂ ਜਾਣਦੇ ਕੀ ਕਰਦੇ ਨੇ। ਪਤਰਸ ਪ੍ਰਭੂ ਯਿਸੂ ਮਸੀਹ ਦੇ ਸੁਭਾਅ ਨੂੰ ਪੇਸ਼ ਕਰਦਾ ਆ, ਤੇ ਸਾਡਾ ਵੀ ਉਹੀ ਸੁਭਾਅ ਹੋਣਾ। ਹਾਲੇਲੂਇਆ। ਇਸ ਲਈ ਮੇਰੇ ਭਾਈ ਭੈਣੋ, ਸਰੀਰ ਦੇ ਵਿੱਚ ਢੇਰ ਸਾਰੇ ਅੰਗ ਵਾ, ਪਰ ਇਹਨਾਂ ਦੇ ਵਿੱਚੋਂ ਜੀਵ ਦਾ ਖਾਸ ਅੰਗ ਹੈ ਜਿਹਦੇ ਹੱਥ ਦੇ ਵਿੱਚ ਜੀਵਨ ਔਰ ਮੌਤ ਹੈ। ਇਸ ਲਈ ਪਰਮੇਸ਼ਰ ਦਾ ਜਨ ਸੰਤ ਪੌਲਸ ਬਿਆਨ ਕਰਦਾ ਆ, ਕਹਿੰਦਾ ਹਰ ਹਾਲ ਦੇ ਵਿੱਚ ਧੰਨਵਾਦ ਕਰੋ, ਚਾਹੇ ਜਿੱਦਾਂ ਦਾ ਮਰਜ਼ੀ ਸਮਾਂ ਹੋਵੇ, ਆਪਣੀ ਜੀਵ ਤੋਂ ਖੁਦਾ ਦਾ ਸ਼ੁਕਰਾਨਾ ਹੀ ਕਰੋ, ਖੁਦਾ ਦਾ ਧੰਨਵਾਦ ਹੀ ਕਰੋ, ਖੁਦਾ ਨੂੰ ਮਹਿਮਾ ਹੀ ਦਿਓ, ਕਿਉਂਕਿ ਕਲਾਮ ਬਿਆਨ ਕਰਦਾ ਹਰ ਹਾਲ 'ਚ ਪਰਮੇਸ਼ਰ ਦਾ ਧੰਨਵਾਦ ਕਰੋ, ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ। ਤਾਲੀ ਮਾਰੀਏ ਜ਼ੋਰ ਦੇ ਨਾਲ। ਇਹ ਸਿਰਜਣਹਾਰੇ ਦੀ ਇੱਛਾ ਆ ਕਿ ਹਰ ਸਥਿਤੀ 'ਚ ਖੁਦਾ ਦਾ ਸ਼ੁਕਰਾਨਾ ਕਰੋ, ਹਰ ਸਥਿਤੀ ਦੇ ਵਿੱਚ ਤੁਹਾਡੀ ਜੀਭ ਪਰਮੇਸ਼ਰ ਦੀ ਮਹਿਮਾ ਹੀ ਕਰੇ, ਤੁਹਾਡੀ ਜੀਭ ਖੁਦਾ ਦੀ ਉਪਾਸਨਾ ਹੀ ਕਰੇ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ, ਦਾਊਦ ਨੇ ਹਰ ਗੱਲ 'ਚ ਖੁਦਾ ਨੂੰ ਅੱਗੇ ਰੱਖਿਆ। ਇਸ ਲਈ ਉਹ ਜ਼ਬੂਰਾਂ ਦੇ ਵਿੱਚ ਬਿਆਨ ਕਰਦਾ, ਕਹਿੰਦਾ ਪਰਮੇਸ਼ਰ ਜੇ ਮੈਂ ਯਰੂਸ਼ਲਮ ਨੂੰ ਭੁੱਲ ਜਾਵਾਂ ਤਾਂ ਮੇਰੀ ਜੀਭ ਤਾਲੂ ਨਾ ਜਾ ਲੱਗੇ, ਜੇ ਮੈਂ ਤੇਰੇ ਘਰ ਨੂੰ ਭੁੱਲ ਜਾਵਾਂ, ਜੇ ਮੈਂ ਤੇਰੀ ਉਪਾਸਨਾ ਨੂੰ ਭੁੱਲ ਜਾਵਾਂ, ਜੇਕਰ ਮੈਂ ਤੇਰੀ ਉਸਤਤ ਕਰਨੀ ਛੱਡ ਦਿਆਂ ਤਾਂ ਮੇਰੀ ਜੀਭ ਤਾਲੂ ਨਾ ਜਾ ਲੱਗੇ। ਤੇ ਜੇ ਤਾਲੂ ਨਾ ਜੀਭ ਲੱਗਦੀ ਹੈ ਨਾ ਤਾਂ ਫਿਰ ਬੋਲ ਨਹੀਂ ਸਕਦੇ। ਉਹ ਖੁਦਾ ਨੂੰ ਕਹਿ ਰਿਹਾ, ਕਹਿੰਦਾ ਪਰਮੇਸ਼ਰ ਮੈਨੂੰ ਗੁੰਗਾ ਕਰ ਦੇਈਂ, ਕਿਉਂਕਿ ਮੈਂ ਇਸ ਜੀਭ ਨਾਲ ਹੋਰ ਕੁਛ ਵੀ ਬੋਲਣਾ, ਸਿਰਫ ਮੈਂ ਤੇਰੀ ਉਸਤਤ ਕਰਨੀ ਚਾਹੁੰਦਾ ਹਾਂ, ਮੈਂ ਤੇਰੀ ਮਹਿਮਾ ਕਰਨੀ ਚਾਹੁੰਦਾ ਹਾਂ। ਇਸ ਲਈ ਉਹ ਬਿਆਨ ਕਰਦਾ ਹੈ। ਪੜ੍ਹਦੇ ਹੀ ਉਸ ਤੋਂ ਬਾਅਦ ਪ੍ਰਾਰਥਨਾ ਕਰਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ, ਵੱਡੀ ਕਿਰਪਾ ਕਰੇ। ਜ਼ਬੂਰਾਂ ਦੀ ਪੁਸਤਕ 137 ਜ਼ਬੂਰ, ਉਹਦੀ 5 ਤੇ 6 ਐਤ ਪੜ੍ਹ ਦਿਓ। ਹਾਂਜੀ। ਹੇ ਯਰੂਸ਼ਲਮ ਜੇ ਮੈਂ ਤੈਨੂੰ ਭੁੱਲ ਜਾਵਾਂ। ਯਰੂਸ਼ਲਮ ਹੀ ਖੁਦਾ ਦਾ ਘਰ, ਕਹਿੰਦਾ ਹੈ ਯਰੂਸ਼ਲਮ ਜੇ ਮੈਂ ਤੈਨੂੰ ਭੁੱਲ ਜਾਵਾਂ, ਜੇ ਮੈਂ ਖੁਦਾ ਦੇ ਘਰ ਨੂੰ ਭੁੱਲ ਜਾਵਾਂ ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ, ਮੇਰੀ ਸਮਰੱਥਾ, ਮੇਰੀ ਸਹਾਇਤਾ, ਮੇਰੀ ਮਦਦ ਖਤਮ ਹੋ ਜਾਵੇ, ਮੇਰੀ ਜੀਭ ਤਾਲੂ ਨਾਲ ਜਾ ਲੱਗੇ। ਹਾਂ, ਮੇਰੀ ਜੀਭ ਕਿੱਥੇ ਜਾ ਲੱਗੇ? ਤਾਲੂ ਨਾਲ ਜੀਭ ਲਾ ਕੇ ਨਾਰਾ ਮਾਰ ਕੇ ਦੇਖੋ ਜਰਾ, ਗੁਆਂਢੀ ਨਾਲ ਗੱਲ ਕਰਕੇ ਦੇਖ ਲਓ। ਗੁੰਗੇ ਹੋਣ ਦੀ ਗੱਲ ਕਰਦਾ, ਉਹ ਖੁਦ ਕਹਿ ਰਿਹਾ, ਕਹਿੰਦਾ ਮੈਂ ਗੁੰਗਾ ਹੋ ਜਾਵਾਂ ਜੇ ਖੁਦਾ ਮੈਂ ਤੈਨੂੰ ਭੁੱਲ ਗਿਆ, ਜੇ ਮੈਂ ਤੇਰੀ ਵਡਿਆਈ, ਤੇਰੀ ਉਪਾਸਨਾ ਕਰਨੀ ਛੱਡ ਦਿੱਤੀ ਤਾਂ ਮੇਰੀ ਜੀਭ ਤਾਲੂ ਨਾ ਜਾ ਲੱਗੇ। ਪੜ੍ਹੀਏ, ਧਿਆਨ ਨਾਲ ਸੁਣੀਏ। ਹਾਂ, ਮੇਰੀ ਜੀਭ ਤਾਲੂ ਨਾਲ ਜਾ ਲੱਗੇ। ਹਾਂ, ਜੇ ਮੈਂ ਤੈਨੂੰ ਚੇਤੇ ਨਾ ਰੱਖਾਂ। ਹਾਂ, ਜੇ ਮੈਂ ਤੈਨੂੰ ਚੇਤੇ, ਅੱਗੇ ਜੇ ਮੈਂ ਯਰੂਸ਼ਲਮ ਨੂੰ ਆਪਣੇ ਉੱਤਮ ਆਨੰਦ ਤੋਂ ਉੱਚਾ ਨਾ ਰੱਖਾਂ। ਹਾਂ, ਕਿਹੜਾ ਆਨੰਦ? ਸੰਸਾਰ ਦਾ ਜਿਹੜਾ ਕਹਿੰਦਾ ਉੱਤਮ ਤੋਂ ਉੱਤਮ ਆਨੰਦ ਹੈ ਨਾ, ਉਹਦੇ ਤੋਂ ਵੀ ਉੱਪਰ ਹੈ ਮੇਰੇ ਲਈ ਖੁਦਾ ਤੇਰੀ ਉਪਾਸਨਾ। ਤਾਲੀ ਮਾਰੀਏ ਜ਼ੋਰ ਦੇ ਨਾਲ। ਸੰਸਾਰ ਦੇ ਸਾਰੇ ਆਨੰਦ ਤੋਂ ਵੀ ਉੱਪਰ ਹੈ ਤੇਰੀ ਮਹਿਮਾ, ਤੇਰੀ ਉਪਾਸਨਾ। ਉਸ ਜੀਵਨ ਦੀ ਗੱਲ ਕਰਦਾ ਹੈ, ਉਸ ਆਨੰਦ ਦੀ ਗੱਲ ਕਰਦਾ ਜਿਹੜੇ ਆਨੰਦ ਨੇ ਕਦੀ ਖਤਮ ਨਹੀਂ ਹੋਣਾ, ਉਸ ਜੀਵਨ ਦੀ ਗੱਲ ਕਰਦਾ ਜਿਹਨੇ ਕਦੀ ਖਤਮ ਨਹੀਂ ਹੋਣਾ। ਇਸ ਲਈ ਦਾਊਦ ਨੇ ਆਪਣੀ ਜ਼ਿੰਦਗੀ 'ਚ ਇਸ ਗੱਲ ਦਾ ਤਜਰਬਾ ਪਾਇਆ, ਜਿਸ ਕਾਰਨ ਪਰਮੇਸ਼ਰ ਨੇ ਪੀੜ੍ਹੀ ਦਰ ਪੀੜ੍ਹੀ ਆਪਣੀ ਕਿਰਪਾ ਨੂੰ ਬਹਾਲ ਕੀਤਾ ਤੇ ਉਸ ਬੈਤਲਹਮ ਨੂੰ ਸਾਰੀ ਦੁਨੀਆ ਲਈ ਬਰਕਤ ਦਾ ਕਾਰਨ ਬਣਾਇਆ। ਇਸ ਲਈ ਮੇਰੇ ਭਾਈ ਭੈਣੋ, ਸੱਚਮੁੱਚ ਖੁਦਾ ਨੇ ਉਸ ਨੂੰ ਤੇ ਉਹਦੇ ਘਰਾਣੇ ਨੂੰ ਸੰਸਾਰ ਲਈ ਬਰਕਤ ਦਾ ਕਾਰਨ ਬਣਾਇਆ। ਤੇ 23 ਜ਼ਬੂਰ ਦੀ 6 'ਚ ਲਿਖਦਾ ਕਿ ਸੱਚਮੁੱਚ ਭਲਾਈ ਤੇ ਦਇਆ ਜੀਵਨ ਭਰ ਮੇਰਾ ਪਿੱਛਾ
ਤੇ ਮੈਂ ਸਦਾ ਹੀ ਯਹੋਵਾ ਦੇ ਘਰ ਵਿੱਚ ਵਸਾਂਗਾ। ਹਾਲੇਲੂਇਆ। ਮੈਂ ਸਦਾ ਉਹਦੀ ਉਪਾਸਨਾ ਕਰਾਂਗਾ ਤੇ ਉਹਦੀ ਦਇਆ ਸਦਾ ਹੀ ਮੇਰੇ ਜੀਵਨ 'ਚ ਬਣੀ ਰਹੇਗੀ। ਇਸ ਲਈ ਅਤੀ ਜ਼ਿਆਦਾ ਜ਼ਰੂਰੀ ਆ ਜਦੋਂ ਅਸੀਂ ਰੱਬ ਦੀ ਹਜ਼ੂਰੀ 'ਚ ਆਉਂਦੇ ਹਾਂ ਤੇ ਆਪਣੀ ਜੀਵ ਨੂੰ ਖੁਦਾ ਦੀ ਉਪਾਸਨਾ ਦੇ ਲਈ ਖੋਲੀਏ, ਆਪਣੇ ਦਿਲ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਖੋਲੀਏ, ਆਪਣੀ ਜੀਵ ਨੂੰ ਖੁਦਾ ਦੀ ਉਪਾਸਨਾ ਲਈ ਵਰਤੀਏ, ਦੂਜਿਆਂ ਦਾ ਭਲਾ ਮੰਗਣ ਦੇ ਲਈ ਵਰਤੀਏ ਤੇ ਪਰਮੇਸ਼ਰ ਦੀ ਭਲਾਈ ਤੁਹਾਡੇ ਮਗਰ ਸਦਾ ਹੀ ਬਣੀ ਰਹੇਗੀ। ਲੰਬੇ ਸਮੇਂ ਦੇ ਲਈ ਤੁਸੀਂ ਖੁਦਾ ਦੀਆਂ ਆਸ਼ੀਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖੋਗੇ। ਅੱਖਾਂ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। 1-2 ਮਿੰਟਾਂ ਲਈ ਸਭ ਘੁਟਨਿਆਂ ਤੇ ਹੋਵਾਂਗੇ, ਆਪਣੇ ਆਪ ਨੂੰ ਸਿਰਜਣਹਾਰੇ ਦੇ ਹੱਥ ਦਿਆਂਗੇ। ਸਰਫਾ ਨਾ ਕਰਦੇ ਹੋਏ ਆਪਣੇ ਦਿਲਾਂ ਨੂੰ ਖੋਲੀਏ, ਆਪਣੀ ਜ਼ਬਾਨ ਨੂੰ ਖੋਲੀਏ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। ਧੰਨਵਾਦ, 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 ਧੰਨਵਾਦ। ਸਰਫਾ ਨਾ ਕਰੀਏ, ਸਰਫਾ ਨਾ ਕਰੀਏ, ਸਰਫਾ ਨਾ ਕਰੀਏ, ਸਰਫਾ ਨਾ ਕਰੀਏ। ਯਹੋਵਾ ਤੇਰਾ ਧੰਨਵਾਦ, ਯਹੋਵਾ ਤੇਰਾ ਧੰਨਵਾਦ, ਯਹੋਵਾ ਤੇਰਾ ਧੰਨਵਾਦ। ਬੋਲ ਕੇ ਸਭ ਦਿਲ ਖੋਲ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ, ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਦੇਈਏ। ਹਾਂ ਯਹੋਵਾ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਰਹਿਮਤਾਂ ਦੇ ਬਾਨੀ ਤੇਰਾ ਧੰਨਵਾਦ, ਦਇਆ ਦੇ ਸਾਗਰ ਤੇਰਾ ਧੰਨਵਾਦ। ਯਹੋਵਾ ਤੇਰੀ ਆਸ਼ੀਸ਼, ਤੇਰੀ ਆਸ਼ੀਸ਼, ਤੇਰੀ ਆਸ਼ੀਸ਼, ਤੇਰੀ ਆਸ਼ੀਸ਼। ਮਿਹਰਬਾਨ ਪ੍ਰਭੂ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਦਿਆਲਤਾ ਨਾਲ ਭਰੇ ਪਰਮੇਸ਼ਰ ਤੇਰੀ ਆਸ਼ੀਸ਼, ਤੇਰੀ ਆਸ਼ੀਸ਼, ਤੇਰੀ ਆਸ਼ੀਸ਼। ਮਹਾਨ ਪ੍ਰਭੂ ਜੀ ਤੇਰਾ ਧੰਨਵਾਦ, ਰਾਜਾਂ ਦੇ ਰਾਜਾ ਤੇਰਾ ਧੰਨਵਾਦ, ਪ੍ਰਭੂਆਂ ਦੇ ਪ੍ਰਭੂ ਤੇਰਾ ਧੰਨਵਾਦ, ਦਇਆ ਦੇ ਸਾਗਰ ਤੇਰਾ ਧੰਨਵਾਦ।